ਤੁਸੀਂ ਬ੍ਰਿਟਨ ਦੇ ਵਿੱਚ ਉਸ ਸਮੇਂ ਰਹੇ ਜਦੋਂ ਕਿਹਾ ਜਾਂਦਾ ਸੀਗਾ ਨੋ ਡੌਗਸ ਇਨ ਇੰਡੀਅਨਸ ਅਲਾਉਡ। ਜਿੰਨੇ NRI ਹੈ ਇਹ ਸਾਰਿਆਂ ਤੇ ਤੁੱਕਦੀ ਹੈ, ਸਿਰਫ ਪੀਟਰ ਵਿਰਦੀ ਤੇ ਨਹੀਂ। ਕੁਝ ਲੋਕ ਕਹਿੰਦੇ ਨੇ ਕਿ ਪੀਟਰ ਵਿਰਦੀ ਦੁਨੀਆ ਦੇ ਸਭ ਤੋਂ ਅਮੀਰ ਸਿੱਖ ਹੈ। ਮੈਂ ਬਿਲਕੁਲ ਨਹੀਂ ਇਹ ਗੱਲ ਨੂੰ ਐਗਰੀ ਕਰਦਾ। ਸੋਸ਼ਲ ਮੀਡੀਆ ਤੇ ਇਹਨੇ ਦਿਨੀ ਕਈ ਸਾਰੇ ਮੈਸੇजेस ਚੱਲ ਰਹੇ ਨੇ ਕਿ ਪੀਟਰ ਵਿਰਦੀ ਇੰਡੀਆ ਨਹੀਂ ਆ ਸਕਦੇ, ਇੰਡੀਆ ਉਹਨਾਂ ਨੂੰ ਆਉਣ ਨਹੀਂ ਦਿੱਤਾ ਜਾਏਗਾ। ਟੁੱਟਾ ਜਿਹਾ ਚੈਨਲ ਜਾਂ ਕੋਈ ਟੁੱਟਾ ਜਿਹਾ ਬੈਡਰੂਮ 'ਚ ਬਹਿ ਕੇ ਕਿਸੇ ਨੇ ਆਪਣਾ ਬਣਾਇਆ ਹੋਇਆ ਜਗਾੜ ਜਿਹਾ ਉਹ ਖਬਰ ਛਾਪ ਦਿੰਦਾ। ਫੇਕ ਨਿਊਜ਼ ਇੰਨੀ ਵਾਇਰਲ ਕਰਤੀ ਮੇਰੇ ਆਪਣੇ ਮਿੱਤਰਾਂ ਨੇ। ਇਟਸ ਅਨਬਲੀਵੇਬਲ। ਕਹਾਵਤ ਹੈ ਕਹਿੰਦੇ 7 ਘਰ ਤਾਂ ਡੈਣ ਵੀ ਛੱਡ ਜਾਂਦੀ ਹੈ। ਕਿਹਾ ਜਾਂਦਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਖਾਸ ਦੋਸਤ ਸੀਗੇ ਪੀਟਰ ਵਿਰਦੀ। ਅੱਜ ਕੱਲ੍ਹ ਸਿਆਸੀ ਹਲਕਿਆਂ 'ਚ ਕਿਤੇ ਥੋੜੇ ਜਿਹੇ ਨਦਾਰਦ ਹੋ ਗਏ, ਐਬਸੈਂਟ ਹੋ ਗਏ। ਸੀਗੇ ਨਹੀਂ ਹੈ। ਪੋਲੀਟੀਕਲੀ ਇਨਵੋਲਵ ਹੋਵੋਗੇ ਤੁਸੀਂ? ਮੈਂ ਇਨਵੋਲਵ ਨਹੀਂ ਹੋਣਾ ਚਾਹੁੰਦਾ। ਪੰਜਾਬ ਦੇ ਬਾਰੇ ਕਿਹਾ ਜਾ ਰਿਹਾ ਕਿ ਪੰਜਾਬ ਦਾ ਬ੍ਰੇਨ ਡਰੇਨ ਹੋ ਰਿਹਾ। UK ਦੇ ਵਿੱਚ ਜਦੋਂ ਚਲੇ ਜਾਂਦੇ ਆ ਤੇ ਸਟੂਡੈਂਟਸ ਦਾ, ਪੰਜਾਬ ਦੇ ਜਵਾਨ ਮੁੰਡੇ ਕੁੜੀਆਂ ਦਾ ਸ਼ੋਸ਼ਣ ਬਹੁਤ ਹੁੰਦਾ। 20-25 ਲੱਖ ਰੁਪਈਆ ਦੇ ਕੇ ਉੱਥੇ ਗਏ ਨੇ ਤੇ ਦਿਹਾੜੀਆਂ ਲਾ ਰਹੇ ਨੇ। ਦੇਖ ਕੇ ਰੋਣ ਆਉਂਦਾ ਉਹਨਾਂ ਵੱਲ। ਜਿਹੜੇ ਪੰਜਾਬੀ ਸਟੂਡੈਂਟਸ ਦਾ ਸ਼ੋਸ਼ਣ ਕਰਦੇ ਉਹ ਖੁਦ ਪੰਜਾਬੀ ਨੇ। ਬਿਲਕੁਲ ਉੱਥੇ ਜਾ ਕੇ ਮੁੰਡੇ ਕੁੜੀਆਂ ਜਾਂ ਉੱਥੋਂ ਆ ਕੇ ਇੰਡੀਆ ਦੇ ਵਿੱਚ ਖਾਸ ਤੌਰ ਤੇ ਵਿਆਹ ਕਰਦੇ ਨੇ, ਉਹਦੇ 'ਚ ਵੀ ਬੜਾ ਫਰਾਡ ਹੋ ਰਿਹਾ। ਭੈਣਾਂ ਭਰਾਵਾਂ ਦਾ ਵਿਆਹ ਕਰਕੇ ਲਈ ਜਾਂਦੀਆਂ ਉੱਥੇ। ਪਰਿਵਾਰ ਹੀ ਜੁੜੇ ਹੋਏ ਨੇ ਇਸ ਸਕੈਮ ਦੇ ਵਿੱਚ। ਸਿੱਖਾਂ ਦੇ ਖਿਲਾਫ ਹੁੰਦੇ ਨਸਲੀ ਹਮਲੇ UK ਦੇ ਵਿੱਚ ਵੀ ਇਸ ਤਰ੍ਹਾਂ ਦੇ ਇਨਸੀਡੈਂਟ ਕਈ ਵਾਰੀ ਸਾਹਮਣੇ ਆਏ ਨੇ। ਇਟਸ ਆਲ ਡਾਊਨ ਟੂ ਇਗਨੋਰੈਂਸ ਐਂਡ ਲੈਕ ਆਫ ਐਜੂਕੇਸ਼ਨ। ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਪ੍ਰੋਫੈਸਰ ਪੀਟਰ ਵਿਰਦੀ। ਪੀਟਰ ਵਿਰਦੀ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਕਿਉਂਕਿ ਕਈ ਸਾਰੇ ਵਿਵਾਦ ਵੀ ਉਹਨਾਂ ਨਾਲ ਜੁੜੇ ਹੋਏ ਨੇ। ਵਿਰਦੀ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਦੈਨਿਕ ਸਵੇਰਾ ਤੇ। ਥੈਂਕ ਯੂ ਸੋ ਮਚ। ਸਤਿ ਸ੍ਰੀ ਅਕਾਲ ਜੀ। ਸਾਰੇ ਦੇਖਣ ਵਾਲੇ ਵੀਅਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵਿਰਦੀ ਸਾਹਿਬ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਕਿਹਾ ਵੀ ਬੜੇ ਸਾਰੇ ਰੰਗ ਹੈ ਤੁਹਾਡੇ, ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਬੜੇ ਸਟਾਈਲਿਸ਼ ਸਰਦਾਰ ਹੈਗੇ ਜਦੋਂ ਤੁਹਾਨੂੰ ਗੂਗਲ ਤੇ ਕੋਈ ਸਰਚ ਕਰਕੇ ਦੇਖਦਾ। ਅਸੀਂ ਇੱਕ ਵਾਰੀ ਮੋਟੇ ਤੌਰ ਤੇ ਤੁਹਾਡੀ ਜ਼ਿੰਦਗੀ ਦੇ ਸਟਰਗਲ ਤੇ ਤੁਹਾਡੀ ਸਕਸੈਸ ਤੇ ਗੱਲ ਕਰਾਂਗੇ, ਫਿਰ ਤੁਹਾਡੇ ਨਾਲ ਜੁੜੀਆਂ ਕੰਟਰੋਵਰਸੀਜ਼ ਤੇ ਵੀ ਅਸੀਂ ਜ਼ਰੂਰ ਗੱਲ ਕਰਾਂਗੇ। ਤੁਸੀਂ ਬ੍ਰਿਟਨ ਦੇ ਵਿੱਚ ਉਸ ਸਮੇਂ ਰਹੇ ਜਦੋਂ ਕਿਹਾ ਜਾਂਦਾ ਸੀਗਾ ਨੋ ਡੌਗਸ ਇਨ ਇੰਡੀਅਨਸ ਅਲਾਉਡ। ਬਿਲਕੁਲ ਉਸ ਤਰ੍ਹਾਂ ਦੇ ਮਾਹੌਲ ਤੋਂ ਲੈ ਕੇ ਇਸ ਤਰ੍ਹਾਂ ਦੀ ਸਕਸੈਸ ਤੱਕ ਪਹੁੰਚਣਾ, ਇਹ ਕਿਸ ਤਰ੍ਹਾਂ ਦਾ ਸਫ਼ਰ ਰਿਹਾ? ਸਾਡੇ ਮਾਪੇ ਇੰਗਲੈਂਡ ਗਏ, ਸਾਰਾ ਕੁਝ ਇੱਥੋਂ ਛੱਡ ਕੇ। ਸੋ ਜਿੰਨੇ NRI ਹੈ ਇਹ ਸਾਰਿਆਂ ਤੇ ਤੁੱਕਦੀ ਹੈ, ਸਿਰਫ ਪੀਟਰ ਵਿਰਦੀ ਤੇ ਨਹੀਂ। ਉਹਨਾਂ ਦੇ ਮਾਪੇ ਇੰਡੀਆ ਤੋਂ ਗਏ ਉਸ ਮੁਲਕ ਦੇ ਵਿੱਚ ਜਿੱਥੇ ਉਹਨਾਂ ਨੂੰ ਬੋਲੀ ਨਹੀਂ ਆਉਂਦੀ ਸੀ। ਉੱਥੇ ਉਹਨਾਂ ਨੇ ਕੰਮ ਕੀਤਾ। ਸਾਨੂੰ ਇੱਕ ਓਪਰਚੁਨਿਟੀ ਮਿਲੀ ਉਸ ਉਹਨਾਂ ਦੇ ਕੰਮ ਦੇ ਉੱਤੇ, ਇੱਕ ਤੁਰਨ ਦੇ ਉੱਤੇ। ਤੇ ਉਹਨਾਂ ਨੂੰ ਇਹ ਮੁਸ਼ਕਲਾਂ ਆਈਆਂ। ਜਦੋਂ ਸਾਡਾ ਟਾਈਮ ਆਇਆ ਇਹਨਾਂ ਨੇ ਕਾਫੀ ਇਹ ਮੁਸ਼ਕਲਾਂ ਦੂਰ ਹੋ ਗਈਆਂ ਸੀ। ਇੱਕ ਮੁਸ਼ਕਲ ਸੀ, ਦੇਖੋ ਜੀ, ਤੁਸੀਂ ਪੱਗ ਪਾ ਕੇ ਬੱਸ ਨਹੀਂ ਚਲਾ ਸਕਦੇ, ਤੁਸੀਂ ਪੱਗ ਪਾ ਕੇ ਮੋਟਰਸਾਈਕਲ ਨਹੀਂ ਚਲਾ ਸਕਦੇ, ਤੁਸੀਂ ਜੇ ਫਾਊਂਡਰੀ 'ਚ ਕੰਮ ਕਰਨਾ ਤੁਹਾਨੂੰ ਆਪਣੇ ਬਾਲ ਕੇਸ ਕਟਾਉਣੇ ਪੈਂਦੇ ਆ। ਸਾਰਾ ਕੁਝ ਸਾਡਾ ਜਿਹੜਾ ਜਨਰੇਸ਼ਨ, ਸਾਡੇ ਪੇਰੈਂਟਸ ਅਸੀਂ, ਉਹਨਾਂ ਨੇ ਇਹ ਮੁਸੀਬਤਾਂ ਝੱਲੀਆਂ। ਉਹਨਾਂ ਟਾਈਮਾਂ ਦੇ ਉੱਤੇ ਲਿਖਿਆ ਹੁੰਦਾ ਸੀ ਦੁਕਾਨਾਂ ਦੇ ਉੱਤੇ ਨੋ ਡੌਗਸ ਔਰ ਨੋ ਇੰਡੀਅਨਸ। ਭਾਈ ਉਹ ਸਟਰਗਲ ਉਹਨਾਂ ਦੀ ਹੈ। ਸਾਡੇ ਲਈ ਤਾਂ ਬਹੁਤ ਈਜ਼ੀ ਹੋ ਗਿਆ ਸੀ ਜਦੋਂ ਆਹ ਤਕਲੀਫਾਂ ਉਹਨਾਂ ਨੇ ਝੱਲੀਆਂ। ਤੇ ਵੀ ਆਰ ਸੋ ਗ੍ਰੇਟਫੁਲ। ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ। ਦੇਣਾ ਨਹੀਂ ਦੇ ਸਕਦੇ ਦੈਟ ਇੰਨੀ ਵਧੀਆ ਸਾਨੂੰ ਓਪਰਚੁਨਿਟੀ ਮਿਲੀ ਉਸ ਮੁਲਕ ਦੇ ਵਿੱਚ। ਪੂਰੇ ਇੰਗਲੈਂਡ ਦੇ ਵਿੱਚ ਜਾਂ ਪੂਰੇ ਯੂਰਪ ਦੇ ਵਿੱਚ, ਅਮਰੀਕਾ, ਕੈਨੇਡਾ, ਜਿਹੜੇ ਵੀ ਸਾਡੇ ਪੇਰੈਂਟਸ ਗਏ ਨੇ, ਇਹ ਓਪਰਚੁਨਿਟੀ ਉਹਨਾਂ ਨੇ ਮੇਰੇ ਜਨਰੇਸ਼ਨ ਦੇ ਲਈ ਤੇ ਹੁਣ ਆਉਣ ਵਾਲੇ ਜਿਹੜੇ ਜਨਰੇਸ਼ਨ ਉਹਨਾਂ ਲਈ ਬਣਾਈ ਹੈ। ਕੌਣ ਨੇ ਪੀਟਰ ਵਿਰਦੀ? ਕੀ ਬਿਜ਼ਨਸ ਨੇ ਉਹਨਾਂ ਦੇ? ਲੋਕੀ ਦੇਖਣਾ, ਇਹ ਵੀ ਜਾਣਨਾ ਚਾਹੁੰਦੇ ਨੇ ਕਿ ਇੰਨੀ ਸਕਸੈਸ ਕਿਸ ਤਰ੍ਹਾਂ ਦੇ ਨਾਲ ਆਈ। ਇਹ ਮੈਂ ਇਸ ਲਈ ਪੁੱਛ ਰਿਹਾ ਕਿਉਂਕਿ ਬਹੁਤ ਸਾਰੇ ਯੂਥ ਹੈ ਜਿਹੜਾ ਉਹ ਐਂਟਰਪ੍ਰੀਨਿਓਰਸ਼ਿਪ ਵੱਲ ਜਾਂਦਾ, ਸਟਾਰਟਅਪ ਕਰਨਾ ਚਾਹੁੰਦਾ ਸ਼ੁਰੂ, ਹਨਾ। ਉਹ ਕਿਸ ਤਰ੍ਹਾਂ ਆਪਣੇ ਪੈਰਾਂ ਤੇ ਖੜਾ ਹੋ ਸਕਦਾ? ਇੰਸਪੀਰੇਸ਼ਨ ਹੋ ਤੁਸੀਂ ਬਹੁਤ ਸਾਰੇ ਲੋਕਾਂ ਦੇ ਲਈ। ਪੀਟਰ ਵਿਰਦੀ ਇੱਕ ਆਮ ਘਰ ਤੋਂ ਇੱਕ ਬੱਚਾ, ਕੋਈ ਸਪੈਸ਼ਲੀ ਨਾਟ ਬੋਰਨ ਵਿਦ ਅ ਸਿਲਵਰ ਸਪੂਨ ਇਨ ਮਾਈ ਮਾਊਥ, ਫਰਮ ਅ ਗ੍ਰਾਸ ਰੂਟਸ। ਮੈਂ ਆਪਣਾ ਸਾਰਾ ਕਾਰੋਬਾਰ ਗ੍ਰਾਸ ਰੂਟਸ ਤੋਂ ਸ਼ੁਰੂ ਕੀਤਾ। ਸਟਰਗਲ ਰਹੀ ਹੈ, ਸਟਰਗਲ ਚੱਲਦੀ ਹੈ। ਹਲੇ ਵੀ ਕੰਮ ਦੇ ਵਿੱਚ ਆਈ ਐਮ ਅ ਵਰਕaholic। ਮੈਂ ਸਵੇਰ ਨੂੰ 5 ਵਜੇ ਉੱਠ ਕੇ 8 ਵਜੇ ਆਪਣਾ ਕੰਮ ਸ਼ੁਰੂ ਕਰ ਦਿੰਦਾ ਤੇ ਦੇयर इज नो ਸਟਾਪਿੰਗ। ਹਲੇ ਤੱਕ ਕਹਾਣੀ ਬਹੁਤ ਲੰਮੀ ਆ, ਹਲੇ ਤਾਂ ਸ਼ੁਰੂ ਨਹੀਂ ਹੋਈ। ਹਲੇ ਸ਼ੁਰੂ ਨਹੀਂ ਹੋਈ। ਕਿੱਥੇ ਪਹੁੰਚਣਾ ਚਾਹੁੰਦੇ ਹੋ ਤੁਸੀਂ? ਇਟਸ ਅ ਲੌਂਗ ਜਰਨੀ। ਐਂਡ ਮੈਂ ਐਵਰੀ ਡੇ ਸਵੇਰ ਨੂੰ ਉੱਠ ਕੇ ਆਪਣੇ ਪਾਠ ਤੋਂ ਬਾਅਦ ਜਿਮ ਕਰਕੇ ਮੈਨੂੰ ਇਹੀ ਐਕਸਾਈਟਮੈਂਟ ਹੁੰਦੀ ਹੈ ਮੈਂ ਛੇਤੀ ਦਫ਼ਤਰ ਜਾਵਾਂ। ਮੈਂ ਆਪਣੇ ਦਫ਼ਤਰ ਜਾ ਕੇ ਜੇ ਆਪਣਾ ਫੋਨ ਕਰਾਂ ਜਾਂ ਆਪਣੇ ਕੰਮ ਨਾਲ ਰਿਲੇਟਡ ਆਪਣੇ ਕੰਮ ਨੂੰ ਤੋਰੀਏ।
ਇਹ ਬੜੀ ਇੰਟਰਸਟਿੰਗ ਗੱਲ ਕਹੀ ਹੈ ਤੁਸੀਂ ਕਿ ਹਜੇ ਤੇ ਸ਼ੁਰੂਆਤ ਹੋਈ ਹੈ। ਮੈਂ ਕਹਿੰਦਾ ਕੁਝ ਲੋਕ ਕਹਿੰਦੇ ਨੇ ਕਿ ਪੀਟਰ ਵਿਰਦੀ ਦੁਨੀਆ ਦੇ ਸਭ ਤੋਂ ਅਮੀਰ ਸਿੱਖ ਹੈ, ਤੁਸੀਂ ਕਹਿੰਦੇ ਹਜੇ ਸ਼ੁਰੂਆਤ ਕੀਤੀ ਹੈ। ਤੁਸੀਂ ਫਿਰ ਕੀ ਕਰਨਾ ਚਾਹੁੰਦੇ ਹੋ, ਕਿੱਥੇ ਪਹੁੰਚਣਾ ਚਾਹੁੰਦੇ ਹੋ? ਭਾਜੀ ਲੋਕ ਕਹਿੰਦੇ ਨੇ, ਮੈਂ ਨਹੀਂ ਇਹ ਕਹਿੰਦਾ, ਮੈਂ ਬਿਲਕੁਲ ਨਹੀਂ ਇਹ ਗੱਲ ਨੂੰ ਅਗਰੀ ਕਰਦਾ। ਬਹੁਤ ਅਮੀਰ ਲੋਕ ਬੈਠੇ ਨੇ। ਇੱਕ ਕਹਾਵਤ ਹੈ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ। ਇੱਕ ਮਾਂ ਸੀ ਤੇ ਉਹਦਾ ਬੱਚਾ ਗਵਾਚ ਗਿਆ ਤੇ ਉਹ ਉੱਚੀ ਉੱਚੀ ਰੌਲੀ ਪਾ ਰਹੀ ਸੀਗੀ, ਸਿਕੰਦਰ ਸਿਕੰਦਰ ਮੇਰਾ ਸਿਕੰਦਰ। ਤੁਸੀਂ ਸੁਣੀ ਹੋਣੀ ਹੈ। ਕਿਸੇ ਨੇ ਪੁੱਛਿਆ ਮਾਤਾ ਕੀ ਰੌਲੀ ਪਾ ਰਹੀ ਹੈ? ਕਹਿੰਦੀ ਮੇਰਾ ਬੇਟਾ ਗਵਾਚ ਗਿਆ, ਉਹਦਾ ਨਾਂ ਸਿਕੰਦਰ ਹੈ। ਕਹਿੰਦੀ ਉਹਦੀ ਨਿਸ਼ਾਨੀ? ਕਹਿੰਦੀ ਉਹਨੇ ਇੱਕ ਅੰਗੂਠੀ ਪਾਈ ਹੈ 2 ਲੱਖ ਦੀ। ਕਹਿੰਦਾ ਮਾਤਾ ਇੱਥੇ ਉਹ ਵੀ ਲੋਕ ਨੇ ਜਿਨ੍ਹਾਂ ਨੇ 2-2 ਲੱਖ ਬਣਵਾਈ ਦਿੱਤੀ ਹੋਈ ਹੈ। ਕਈ ਲੋਕ ਨੇ ਭਾਜੀ, ਬਹੁਤ ਅਮੀਰ ਲੋਕ ਬੈਠੇ ਨੇ। ਪੀਟਰ ਵਿਰਦੀ ਦਾਸ ਹੈ, ਗਾਂ ਦਾਸਾਂ ਦਾ ਦਾਸ ਹੈ। ਮੈਂ ਤਾਂ ਇੱਕ ਸੇਵਾ ਕਰਦਾ। ਆਈ ਇੰਜੋਏ ਵਾਟ ਆਈ ਡੂ, ਆਈ ਇੰਜੋਏ ਮਾਈ ਵਰਕ ਐਂਡ ਨਾਲ ਸੇਵਾ ਕਰਨੀ। ਕਿਉਂਕਿ ਤੁਸੀਂ ਬ੍ਰਿਟਨ ਦੇ ਜੰਪਲ ਹੈਗੇ ਹੋ, ਬਰਮਿੰਗਮ ਦੇ ਵਿੱਚ ਹੀ ਤੁਹਾਡੀ ਪੈਦਾਇਸ਼ ਹੈਗੀ ਹੈ। ਤੁਸੀਂ ਬਹੁਤ ਖੂਬਸੂਰਤ ਪੰਜਾਬੀ ਬੋਲ ਲੈਂਦੇ ਹੋ। ਨਹੀਂ ਤੇ ਪੰਜਾਬ ਦੇ ਵਿੱਚ ਆ ਕੇ ਤੇ ਇਹ ਮੰਨਿਆ ਜਾਂਦਾ ਕਿ ਜਿਹੜਾ 2 ਸਾਲ 5 ਸਾਲ ਬਾਹਰ ਰਹਿ ਜਾਂਦਾ ਉਹਦਾ ਸਮਝ ਨਹੀਂ ਆਉਂਦੀ ਵੀ ਪੰਜਾਬੀ ਕਦੋਂ ਬੋਲਦਾ ਤੇ ਅੰਗਰੇਜ਼ੀ ਕਦੋਂ ਬੋਲਦਾ। ਭਾਜੀ ਸਾਡੇ ਘਰ ਦੇ ਵਿੱਚ ਇੰਗਲਿਸ਼ ਬੈਨ ਸੀਗੀ, ਇੱਕਦਮ ਬੈਨ ਲੱਗਾ ਸੀਗਾ। ਜਦੋਂ ਘਰ ਆ ਗਏ ਤੁਸੀਂ ਇੰਗਲਿਸ਼ ਨਹੀਂ ਬੋਲਣੀ, ਪੰਜਾਬੀ ਬੋਲਣੀ ਹੈ। ਤੇ ਥੈਂਕਸ ਟੂ ਮਾਈ ਪੇਰੈਂਟਸ ਅਸੀਂ ਹਰ ਸਾਲ ਇੰਡੀਆ ਸਾਨੂੰ ਉਹਨਾਂ ਨੇ ਲਿਆਉਣਾ, ਅਸੀਂ ਪੰਜਾਬ 'ਚ ਰਹਿਣਾ ਤੇ ਰਿਸ਼ਤੇਦਾਰਾਂ 'ਚ ਯਾਰਾਂ ਦੋਸਤਾਂ 'ਚ ਮਿਲਣਾ। ਸੋ ਪੰਜਾਬੀ ਇਜ਼ ਨਾਓ ਬਿਕਮ ਸਾਡੀ ਫਰਸਟ ਲੈਂਗੁਏਜ। ਸਾਡੇ ਘਰ ਦੇ ਵਿੱਚ ਫਰਸਟ ਲੈਂਗੁਏਜ ਹੈ। ਬਿਟਵੀਨ ਅਸੀਂ 5 ਭੈਣ ਭਰਾ ਨੇ, ਸਾਡੀ ਫਰਸਟ ਲੈਂਗੁਏਜ ਪੰਜਾਬੀ ਹੈ। ਅਸੀਂ ਆਪਸ ਵਿੱਚ ਵੀ ਪੰਜਾਬੀ 'ਚ ਹੀ ਗੱਲ ਕਰਦੇ ਹਾਂ। ਤੁਹਾਡੇ ਅੱਗੋਂ ਬੱਚੇ ਵੀ ਇਸੇ ਤਰ੍ਹਾਂ? 2 ਬੱਚੇ। ਬੱਚਿਆਂ ਨਾਲ ਹੁਣ ਥੋੜੀ ਜਿਹੀ ਮੁਸ਼ਕਲ ਆ ਰਹੀ ਹੈ। ਮੁਸ਼ਕਲ ਬੱਚਿਆਂ ਨਾਲ ਆ ਰਹੀ ਹੈ। ਉਹਨਾਂ ਨਾਲ ਹੁਣ ਅਸੀਂ ਟਰਾਈ ਕਰ ਰਹੇ ਨੇ ਉਹਨਾਂ ਨੂੰ ਲਿਆਉਣ ਨੂੰ, ਪੰਜਾਬੀ ਅੰਡਰਸਟੈਂਡ ਕਰਨ ਨੂੰ। ਉਹ ਹੁਣ ਥੋੜਾ ਜਿਹਾ ਟਾਈਮ ਲੱਗਣਾ ਕਰਕੇ ਅਸੀਂ ਇੰਗਲਿਸ਼ ਬੈਨ ਨਹੀਂ ਕੀਤੀ ਸੀ, ਉਹ ਸਾਡੀ ਗਲਤੀ ਹੈ। ਹੁਣ ਸਾਡੇ ਘਰ 'ਚ ਪੰਜਾਬੀ ਉਦੋਂ ਹੀ ਚੱਲੀ ਜਾਂਦੀ ਜਦੋਂ ਮੈਂ ਤੇ ਮੇਰੀ ਵਾਈਫ ਲੜਦੇ ਆ। ਉਦੋਂ ਅਸੀਂ ਪੰਜਾਬੀ 'ਚ ਪੰਜਾਬੀ 'ਚ ਹੋ ਜਾਈਦਾ। ਤੇ ਬਟ ਅਸੀਂ ਹੌਲੀ ਹੌਲੀ ਉਧਰ ਨੂੰ ਲਿਆ ਰਹੇ ਹਾਂ। ਪਿੰਡ ਕਿਹੜਾ ਤੁਹਾਡਾ? ਕਪੂਰਥਲਾ 'ਚ ਹੈ ਸਾਡਾ ਪਿੰਡ ਕੋਲੀਆਂਵਾਲ ਹੈ ਜੀ। ਕੋਲੀਆਂਵਾਲ, ਖਾਲੂ, ਕੋਲੀਆਂਵਾਲ, ਟਿੱਬਾ, ਇਸ ਰਸਤੇ ਨੂੰ ਜਾਂਦੇ। ਅਜੇ ਵੀ ਜਾਂਦੇ ਹੋ ਪਿੰਡ? ਬਿਲਕੁਲ ਚਾਹੀਦਾ ਜੀ, ਬਿਲਕੁਲ। ਪਰ ਤੁਸੀਂ ਪੀਟਰ ਵਿਰਦੀ ਜਦੋਂ ਇੱਕ ਐਲੀਟ ਕਲਾਸ ਤੋਂ ਆਉਂਦੇ, ਇੱਕ ਅਰਬਪਤੀ ਬਿਜ਼ਨਸਮੈਨ, ਫਿਰ ਉਹ ਸਿੱਖੀ ਦੇ ਨਾਲ ਜੁੜਨਾ, ਆਪਣੇ ਧਰਮ ਦੇ ਨਾਲ ਜੁੜਨਾ, ਧਰਮ ਦੇ ਲਈ ਗੱਲ ਕਰਨੀ ਕਿ ਸਿੱਖਾਂ ਤੇ ਦੁਨੀਆ ਭਰ ਦੇ ਵਿੱਚ ਹੁੰਦੇ ਨਸਲੀ ਹਮਲਿਆਂ ਨੂੰ ਰੋਕਿਆ ਜਾਵੇ, ਗੁਰਦੁਆਰਿਆਂ 'ਚ ਸੈਲਫ ਡਿਫੈਂਸ ਸਿਖਾਇਆ ਜਾਵੇ, ਇਹ ਥਾਟ ਕਿਵੇਂ ਚੱਲਦਾ ਪੈਰਲਰਲੀ ਉਦੋਂ ਜਦੋਂ ਲੋਕੀ ਪੀਟਰ ਵਿਰਦੀ ਨੂੰ ਇਸ ਤਰ੍ਹਾਂ ਦੇਖਦੇ ਆ ਕਿ ਬੜੇ ਸਟਾਈਲਿਸ਼ ਕੱਪੜੇ, ਆਪਣੀ ਪੱਗ ਨਾਲ ਕਾਰ ਮੈਚ ਕਰਕੇ ਇੱਕ ਹਾਲੀਵੁੱਡ ਦੇ ਵਿੱਚ ਨੌਕ ਕਰਨ ਵਾਲਾ ਵਿਅਕਤੀ ਹੈ, ਔਰ ਸੇਮ ਟਾਈਮ ਇਹ 2 ਕਿਸਮ ਦੀ ਆਇਡੈਂਟੀਟੀ ਕਿਵੇਂ ਮੈਨੇਜ ਕਰਦੇ ਹੋ? ਮੇਰੀ ਅੰਦਰਲੀ ਆਵਾਜ਼ ਹੈ, ਬਾਕੀ ਤਾਂ ਇੱਕ ਫਸਾਡ ਹੈ, ਇੱਕ ਫਰੰਟ ਹੈ, ਮਿਲਣਾ। ਇਹ ਜੋ ਅੰਦਰਲੀ ਆਵਾਜ਼ ਹੈ, ਜੇ ਤੁਸੀਂ ਆਪਣੀ ਮੁਲਕ ਦੇ ਲਈ, ਆਪਣੀ ਰਿਲੀਜਨ ਦੇ ਲਈ, ਆਪਣੇ ਕਲਚਰ ਦੇ ਲਈ, ਆਪਣੇ ਲੋਕਾਂ ਦੇ ਲਈ ਨਹੀਂ ਤੁਸੀਂ ਸਟੈਂਡ ਕਰ ਸਕਦੇ, ਫਿਰ ਉਹਦਾ ਕੋਈ ਫਾਇਦਾ ਨਹੀਂ। ਤੁਹਾਡੇ ਕੋਲ ਜਿੰਨਾ ਮਰਜ਼ੀ ਪੈਸਾ ਹੋ ਜਾਵੇ, ਇਟ ਮੇਕਸ ਨੋ ਡਿਫਰੈਂਸ। ਤੁਹਾਨੂੰ ਇਫ ਗੋਡ ਹੈਜ਼ ਗਿਵਨ ਯੂ ਦੀ ਓਪਰਚੁਨਿਟੀ, ਤੁਹਾਡੀ ਆਵਾਜ਼ ਸੁਣਨ ਦੀ ਮਾਲਕ ਨੇ ਤੁਹਾਨੂੰ ਇੱਕ ਓਪਰਚੁਨਿਟੀ ਦਿੱਤੀ ਹੈ, ਤੁਹਾਡਾ ਫਰਜ਼ ਬਣਦਾ ਉਹਨੂੰ ਰੇਸ ਕਰਨ ਦਾ। ਕੋਈ ਟੌਪਿਕ ਇਹੋ ਜਿਹਾ ਉਹਨੂੰ ਰੇਸ ਕਰਨ ਦਾ। ਟੌਪਿਕ ਅਸੀਂ ਰੇਸ ਕੀਤਾ ਸੀਗਾ ਗੁਰਦੁਆਰਿਆਂ ਦੇ ਵਿੱਚ ਸੈਨੇਟਰੀ ਪੈਡਸ ਲੇਡੀਜ਼ ਦੇ ਲਈ ਅਵੇਲੇਬਲ ਹੋਣੇ ਚਾਹੀਦੇ ਨੇ। ਉਹਦਾ ਬਿਗੇਸਟ ਬੈਕਲੈਸ਼ ਮੈਨੂੰ ਮਿਲਿਆ ਸੀ ਲੇਡੀਜ਼ ਤੋਂ। ਤਾਂ ਤੈਨੂੰ ਸ਼ਰਮ ਨਹੀਂ ਆਉਂਦੀ? ਤੋ ਕੀ? ਮੈਂ ਕਿਹਾ ਦੇਖੋ ਮੇਰੇ ਲਈ ਨਹੀਂ, ਇਹ ਤੁਹਾਡੇ ਲਈ ਨੇ। ਇਟਸ ਅ ਨੇਚਰਸ ਕੋਲ। ਬਿਲਕੁਲ। ਕਿਸੇ ਲੇਡੀ ਨੂੰ ਮੰਥਲੀ ਆਪਾਂ ਕਹਿ ਦਿੰਦੇ ਆ ਪੀਰੀਅਡ ਹੈ, ਉਹਦੇ ਲਈ ਕਿਉਂ ਨਹੀਂ ਅਵੇਲੇਬਲ ਸੈਨੇਟਰੀ ਪੈਡਸ ਇਨ ਦ ਟਾਇਲਟਸ ਆਫ ਦ ਗੁਰਦੁਆਰਾ? ਇਟ ਸ਼ੁੱਡ ਬੀ ਰੈਡੀਲੀ ਅਵੇਲੇਬਲ। ਅਸੀਂ ਫਿਰ ਉਹ ਫਲਾਈਟਾਂ ਦੇ ਵਿੱਚ ਭਾਜੀ ਸ਼ੇਵ ਕਿੱਟ ਮਿਲਦਾ ਹੈ, ਟੁੱਥਬ੍ਰਸ਼ ਮਿਲਦਾ ਹੈ। unless you're in business class or first class, ladies ਲਈ sanitary pad available ਨਹੀਂ, but they should be available. So ਅਸੀਂ ਇਹ ਚੀਜ਼ ਨੂੰ women abuse, ਉਹਦਾ child abuse, drug abuse, mental health, ਇਹ ਚੀਜ਼ਾਂ ਨੂੰ ਕਈ ਲੋਕ ਨਹੀਂ ਲਾਈਕ ਕਰਦੇ ਡਿਸਕਸ ਕਰਨਾ। ਇਟਸ ਨਾਟ ਹਿਪ ਐਂਡ ਹੈਪਨਿੰਗ ਟੌਪਿਕ। ਮੈਂਟਲ ਹੈਲਥ ਤੇ ਏਜੰਡੇ ਤੇ ਨਹੀਂ ਹੁੰਦੀ ਕਦੇ? ਬਿਲਕੁਲ ਨਹੀਂ ਭਾਜੀ। ਮੈਂਟਲ ਹੈਲਥ ਇਸ ਵੇਲੇ ਇੰਨੀ ਵੱਡੀ ਇਸ਼ੂ ਹੈ ਤੇ ਉਹਦਾ ਕੋਜ਼ ਜਿਹੜਾ ਮੇਨ ਆ ਸੋਸ਼ਲ ਮੀਡੀਆ। ਇੱਕ ਚੀਜ਼ ਆ ਫੋਮੋ, ਫੀਅਰ ਆਫ ਮਿਸਿੰਗ ਆਊਟ। ਆ ਜੀ ਉਸ ਪਾਰਟੀ ਤੇ ਗਿਆ, ਕੌਣ ਆ ਉੱਥੇ, ਮੈਂ ਕਿਉਂ ਨਹੀਂ ਉੱਥੇ, ਕੀ ਕਰ ਰਹੇ ਨੇ, ਬਹੁਤ ਇੰਜੋਏ ਕਰ ਰਹੇ ਨੇ। ਉਹ ਭਾਜੀ ਇੱਕ ਇੰਸਟਾਗ੍ਰਾਮ ਮਿਲੀਅਨੇਅਰ ਸਾਦੇ ਨੇ, ਉਹ ਫੋਟੋਆਂ ਇਹੋ ਜਿਹੀਆਂ ਪੋਸਟ ਕਰਦੇ ਨੇ, ਉਹ ਲੋਕਾਂ ਨੂੰ ਫੋਮੋ ਹੋ ਜਾਂਦਾ, ਇਨਸਿਕਿਉਰਿਟੀ। ਉਹ ਇਨਸਿਕਿਉਰਿਟੀ ਕ੍ਰੀਏਟਸ ਮੈਂਟਲ ਹੈਲਥ। ਗੁਰਦੁਆਰਿਆਂ 'ਚ, ਮੰਦਿਰਾਂ 'ਚ, ਮਸਕਸ, ਚਰਚ ਦੇ ਵਿੱਚ, ਹਰ ਇੱਕ ਦੇ ਵਿੱਚ ਇੱਕ ਸਿਸਟਮ ਹੋਣਾ ਚਾਹੀਦਾ। ਜੇ ਕਿਸੇ ਬੱਚੇ ਨੂੰ ਜਾਂ ਕਿਸੇ ਬੰਦੇ ਨੂੰ ਹੈ ਕੋਈ ਇਹੋ ਜਿਹੀ ਚੀਜ਼, there must be somebody there to talk to them,
ਤੇ ਉਹਨਾਂ ਦੀ ਗੱਲ ਸੁਣਨ। ਹੁਣ ਇੱਕ 19 ਸਾਲ ਦਾ ਬੱਚਾ ਸੀ ਹੁਣ ਪਿੱਛੇ ਜੇ ਇੰਗਲੈਂਡ ਦੇ ਵਿੱਚ ਉਹਨੇ ਪੁਲ ਤੋਂ ਜੰਪ ਮਾਰ ਕੇ ਆਪਣੀ ਜਾਨ ਲੈ ਲਈ, ਜਸਟ ਡਾਊਨ ਟੂ ਮੈਂਟਲ ਹੈਲਥ। ਸਾਡਾ ਹਿੰਦੁਸਤਾਨ ਦਾ, ਸਿੱਖੀ ਨੂੰ ਇੱਕ ਸਾਈਡ ਤੇ 1 ਮਿੰਟ ਰੱਖੇ, ਹਿੰਦੁਸਤਾਨ ਦਾ ਇੰਨਾ ਵੱਡਾ ਇਨਫਰਾਸਟ੍ਰਕਚਰ ਹੈ ਤੇ ਅਸੀਂ ਇਹੋ ਜਿਹੇ ਸੈਂਟਰ ਨਹੀਂ ਬਣਾ ਸਕਦੇ, ਕੋਲਜ਼ ਲਾਈਨਸ ਨਹੀਂ ਬਣਾ ਸਕਦੇ ਤਾਂ ਕੋਈ ਬੱਚਾ ਗੱਲ ਕਰ ਸਕੇ। ਹਾਂ ਠੀਕ ਹੈ, ਉਹ ਆਪਣੇ ਮਾਪੇ ਨਾਲ ਨਹੀਂ ਕਰ ਸਕਦਾ ਜਾਂ ਆਪਣੇ ਸਿਬਲਿੰਗਸ ਨਾਲ ਨਹੀਂ ਕਰ ਸਕਦਾ, ਭੈਣਾਂ ਭਰਾਵਾਂ ਨਾਲ ਨਹੀਂ ਕਰ ਸਕਦਾ, ਕਿਸੇ ਨਾਲ ਤਾਂ ਉਹ ਗੱਲ ਕਰ ਸਕੇ। ਬਿਲਕੁਲ। But mental health is a very serious issue and it needs to be addressed. At least should be a government policy at a government level because it's taking lives. ਜਿਹੜਾ ਹੇਟ ਕ੍ਰਾਈਮ ਹੈ, ਸਿੱਖਾਂ ਦੇ ਖਿਲਾਫ ਹੁੰਦੇ ਨਸਲੀ ਹਮਲੇ, ਬਹੁਤ ਸਾਰੇ ਮੁਲਕਾਂ ਦੇ ਵਿੱਚ ਅਸੀਂ ਦੇਖਿਆ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਯੂਕੇ ਦੇ ਵਿੱਚ ਵੀ ਇਸ ਤਰ੍ਹਾਂ ਦੇ ਇਨਸੀਡੈਂਟ ਕਈ ਵਾਰੀ ਸਾਹਮਣੇ ਆਏ ਨੇ। ਤੁਸੀਂ ਇਸ ਚੀਜ਼ ਨੂੰ ਲੈ ਕੇ ਵੀ ਬੜਾ ਵਿਰੋਧ ਕੀਤਾ ਕਿ ਨਸਲੀ ਹਮਲਿਆਂ ਨੂੰ ਰੋਕਿਆ ਜਾਏ। ਬੇਸਿਕਲੀ ਸਿੱਖ ਆਇਡੈਂਟੀਟੀ ਦਾ ਮਸਲਾ ਬੜਾ ਵਰਲਡ ਦੇ ਵਿੱਚ ਚਰਚਾ ਦੇ ਵਿੱਚ ਰਿਹਾ ਕਿ ਸਿੱਖਾਂ ਦੀ ਪਛਾਣ ਨੂੰ ਲੈ ਕੇ ਕਈ ਸਾਰੇ ਭੁਲੇਖੇ ਆ। ਤੁਸੀਂ ਇਸ ਚੀਜ਼ ਨੂੰ ਕਿਵੇਂ ਸਟੱਡੀ ਕੀਤਾ ਜ਼ਮੀਨੀ ਲੈਵਲ ਤੇ ਇਹਦਾ ਫਿਰ ਹੱਲ ਤੁਹਾਨੂੰ ਕੀ ਲੱਗਦਾ ਔਰ ਕਿਉਂ ਹੋ ਰਹੇ ਹਮਲੇ? First thing is ਇੱਕ ਇੰਗਲਿਸ਼ ਦਾ ਵਰਡ ਹੈ, ignorance breeds ignorance। ਲੈਵਲ ਦੀ ਥਿੰਕਿੰਗ ਹੁੰਦੀ ਆ ਉਹ ਤੁਸੀਂ ਉਹ ਕਹਿੰਦੇ ਜਿੱਦਾਂ ਦੀ ਤੁਹਾਡੀ ਸੰਗਤ ਆ ਤੁਸੀਂ ਉੱਦਾਂ ਦੇ ਹੋ ਜਾਂਦੇ ਆ। ਯੂ ਆਰ ਅ ਪ੍ਰੋਡਕਟ ਆਫ ਯੋਰ এনवायरमेंट। ਹੁਣ ਜੇ ਤੁਹਾਡਾ ਐਜੂਕੇਸ਼ਨ ਲੈਵਲ ਉਨਾ ਕੀ ਹੈ, ਜੇ ਤੁਸੀਂ ਸਮਝਦੇ ਆ ਹਰ ਇੱਕ ਬੰਦਾ ਜਿਹੜਾ ਇਸ ਰੰਗ ਦਾ ਵਾ ਉਹਨੂੰ ਇੰਗਲੈਂਡ ਦੇ ਵਿੱਚ ਪੈਕੀ ਕਹਿ ਦਿੰਦੇ ਆ, ਜਾਨੀ ਕਿ ਪਾਕਿਸਤਾਨੀ। ਅੱਛਾ। ਉਹ ਲੋਕਾਂ ਨੇ ਉਹਨਾਂ ਨੂੰ ਸਮਝਾਇਆ ਦੇਖੋ ਹਰ ਇੱਕ ਬੰਦਾ ਇਦਾਂ ਦਾ ਨਹੀਂਗਾ, ਇਹ ਬੰਗਲਾਦੇਸ਼ੀ ਹੈ, ਇਹ ਪਾਕਿਸਤਾਨੀ ਹੈ, ਇਹ ਸਿੱਖ ਹੈ, ਇਹ ਹਿੰਦੂ ਹੈ। ਦਿਸ ਇਜ਼ ਦ ਬ੍ਰੇਕਡਾਊਨ। ਭਾਜੀ ਇਟਸ ਡਾਊਨ ਟੂ ਐਜੂਕੇਸ਼ਨ। ਦ ਫਰਸਟ ਥਿੰਗ, ਹੇਟ ਕ੍ਰਾਈਮ ਜਿਹੜਾ ਪਹਿਲੋਂ ਬੁਰਕੇ ਵਾਲਿਆਂ ਤੇ ਹੋਇਆ, ਜਿਹੜੀ ਲੇਡੀਜ਼ ਬੁਰਕਾ ਪਾਉਂਦੀ ਆ, ਫਿਰ ਜਦੋਂ ਆਪਣੀਆਂ ਲੇਡੀਜ਼ ਸਾੜੀ ਲਾ ਕੇ ਤੇ ਬਿੰਦੀ ਲਾਉਂਦੀਆਂ ਉਹਨਾਂ ਦੇ ਉੱਤੇ ਹੋਇਆ ਬਹੁਤ ਹੇਟ ਕ੍ਰਾਈਮ, ਫਿਰ ਦਸਤਾਰ ਦੇ ਉੱਤੇ ਹੋਇਆ, ਫਿਰ ਹੇਟ ਕ੍ਰਾਈਮ ਤੋਂ ਬਾਅਦ ਰੇਸ ਕ੍ਰਾਈਮ। ਭਾਜੀ ਇਟਸ ਆਲ ਡਾਊਨ ਟੂ ਇਗਨੋਰੈਂਸ ਐਂਡ ਲੈਕ ਆਫ ਐਜੂਕੇਸ਼ਨ। ਪੀਟਰ ਵਿਰਦੀ ਇਹਦੇ ਲਈ ਕੀ ਕਰ ਸਕਦੇ ਨੇ? ਭਾਜੀ ਆਈ ਕੈਨ ਰੇਜ਼ ਦ ਵੌਇਸ। ਅਸੀਂ ਗਵਰਨਮੈਂਟ 'ਚ ਰੇਜ਼ ਕੀਤਾ, ਅਸੀਂ YouTube ਚੈਨਲ ਤੇ ਰੇਜ਼ ਕੀਤਾ, ਅਸੀਂ ਜੋ ਸਾਡਾ ਸੋਸ਼ਲ ਸਰਕਲ ਆ ਵਿਦ ਸੈਲੀਬ੍ਰਿਟੀਜ਼ ਉਹਨਾਂ ਨੇ ਇੰਡੋਰਸ ਕੀਤਾ across the board that it's very important that hate crime should not be allowed, full stop. It's absolutely unacceptable ਕਿਸੇ religion ਦੇ ਵਿੱਚ, ਕਿਸੇ country ਦੇ ਵਿੱਚ, ਕਿਸੇ nation ਦੇ ਵਿੱਚ, and especially with places like England ਜਾਂ India ਦੇ ਵਿੱਚ where we're a democratic ultra modern environment ਹੈ। ਹਾਂਜੀ, it should not। but ਤੁਸੀਂ ਭਾਜੀ ਇੰਗਲੈਂਡ 'ਚ ਕਈ ਇਹੋ ਜਿਹੇ ਏਰੀਆ ਨੇ, ਪਾਟਿਕਾ ਸਾਹਿਬ ਤੁਸੀਂ ਉੱਥੇ ਜਾਓ, ਅੱਜ ਦੀ ਡੇਟ 'ਚ ਕਈ ਅੰਗਰੇਜ਼ਾਂ ਨੇ ਪਾਸਪੋਰਟ ਨਹੀਂ ਬਣਾਏ, ਜਹਾਜ਼ 'ਚ ਨਹੀਂ ਚੜੇ ਉਹ। ਸੋ ਯੂ ਕੈਨ ਅੰਡਰਸਟੈਂਡ ਦੇਅਰ ਮਾਈਂਡਸੈਟ। ਉਹ ਜਦੋਂ ਕਾਲਾ ਲੋਕ ਦੇਖਦੇ, ਸਕਿਨ ਦੇਖਦੇ ਆ, ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ। ਕਈ ਇਹੋ ਜਿਹੇ ਵਿਲੇजेस ਨੇ, ਗਾ ਨੌਰਥ ਦੇ ਵਿੱਚ ਚਲ ਜਾਓ, ਸਕਾਟਲੈਂਡ ਦੇ ਵਿੱਚ ਜਾਂ ਇਧਰ ਲੈਂਕੈਸਟਰ ਵੱਲ ਚਲ ਜਾਓ, ਸਿਰਫ ਚਮੜੀ ਦਾ ਰੰਗ ਦੇਖ ਕੇ ਨਫ਼ਰਤ ਕਰਦੇ ਸਿਰਫ। ਪਰ ਭਾਜੀ as far as they are concerned that ਜਿਹੜੀ ਕਾਲੇ ਰੰਗ ਦੀ ਚਮੜੀ ਹੈ ਇਟਸ ਅ ਸਲੇਵ। ਇਹ ਸਾਡੇ ਸਲੇਵ ਰਹੇ ਨੇ। ਉਹ ਉਹਨਾਂ ਦਾ ਮਾਈਂਡਸੈਟ ਉਹਨਾਂ ਦਾ ਇਹੀ ਆ, ਉਹੀ ਉਹਨਾਂ ਨੇ ਆਪਣੇ ਬੱਚਿਆਂ 'ਚ ਮਾਈਂਡਸੈਟ ਪਾਤਾ। ਉਹ ਅਜੇ ਤੱਕ ਉਹੀ ਹੈ ਭਾਜੀ। ਉਹ ਬੈਕਵਰਡ ਏਰੀਆ ਨੇ ਜਿਹੜੇ ਸਿਟੀ ਦੇ ਵਿੱਚ ਆ ਜਾਂ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਆ, ਉੱਥੇ ਘੱਟ ਹੈ, ਹੁੰਦਾ ਜ਼ਰੂਰ ਹੈ ਬਟ ਐਟ ਅ ਵੈਰੀ ਸਮੋਲ ਲੈਵਲ। ਸੋਸ਼ਲ ਮੀਡੀਆ ਤੇ ਇਹਨੇ ਦਿਨੀ ਕਈ ਸਾਰੇ ਮੈਸੇजेस ਚੱਲ ਰਹੇ ਨੇ ਜਿਸ ਦੇ ਵਿੱਚ ਕਈ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਕੀਤੀਆਂ ਜਾ ਰਹੀਆਂ ਨੇ ਕਿ ਪੀਟਰ ਵਿਰਦੀ ਇੰਡੀਆ ਨਹੀਂ ਆ ਸਕਦੇ, ਇੰਡੀਆ ਉਹਨਾਂ ਨੂੰ ਆਉਣ ਨਹੀਂ ਦਿੱਤਾ ਜਾਏਗਾ। ਥੋੜਾ ਇਸ ਤੇ ਵੀ ਚਾਨਣਾ ਪਾਓ ਕਿ ਇਹ ਕੀ ਹੈਗਾ, ਸੋਸ਼ਲ ਮੀਡੀਆ ਤੇ ਕਿਉਂ ਇੰਨੀ ਟ੍ਰੋਲਿੰਗ ਹੋ ਰਹੀ ਹੈ? ਦੇਖੋ, ਜਦੋਂ ਉਹ ਕਹਿੰਦੇ ਉਹਨੇ ਜਦੋਂ ਹਾਥੀ ਤੁਰਦਾ ਨਾ ਤੇ ਕੁੱਤੇ ਭੌਂਕਦੇ ਹੀ ਹੁੰਦੇ ਆ। ਸੋ ਕਰ ਲੈਣ ਦੋ। ਮੈਂ ਤਾਂ ਤੁਹਾਡੇ ਸਟੂਡੀਓ 'ਚ ਬੈਠਾ, ਇੰਡੀਆ ਬੈਠਾ, ਹੁਣ ਕੋਈ ਟੁੱਟਾ ਜਿਹਾ ਚੈਨਲ ਜਾਂ ਕੋਈ ਟੁੱਟਾ ਜਿਹਾ ਬੈਡਰੂਮ 'ਚ ਬਹਿ ਕੇ ਕਿਸੇ ਨੇ ਆਪਣਾ ਬਣਾਇਆ ਹੋਇਆ ਜੁਗਾੜ ਜਿਹਾ ਉਹ ਖਬਰ ਛਾਪ ਦਿੰਦਾ, ਫੇਕ ਨਿਊਜ਼। ਪਰ ਉਹ 'ਚ ਇੱਕ ਗੱਲ ਮੈਂ ਜ਼ਰੂਰ ਕਹੂੰਗਾ, ਸਾਡੇ ਪੰਜਾਬੀ ਭਰਾ ਮੇਰੇ ਆਪਣੇ ਹੀ, ਉਹ ਇੰਨੀ ਵਾਇਰਲ ਕਰ ਦਿੰਦੇ ਆ ਮੇਨ ਸਟ੍ਰੀਮ ਤੋਂ ਵੀ ਜ਼ਿਆਦਾ। ਹੁਣ ਪੀਟਰ ਵਿਰਦੀ ਦੀ ਫੇਕ ਨਿਊਜ਼ ਇੰਨੀ ਵਾਇਰਲ ਕਰਤੀ ਮੇਰੇ ਆਪਣੇ ਮਿੱਤਰਾਂ ਨੇ, ਇਟਸ ਅਨਬਿਲੀਵੇਬਲ। ਉਹ ਕਹਿੰਦੇ ਦੁਸ਼ਮਣਾਂ ਦੀ ਲੋੜ ਹੀ ਨਹੀਂ ਜਦ ਘਰ ਹੀ ਮਿੱਤਰ ਬੈਠੇ ਨੇ। ਉਹ ਇੱਕ ਕਹਾਵਤ ਹੈ, ਕਹਿੰਦੇ 7 ਘਰ ਤਾਂ ਡੈਣ ਵੀ ਛੱਡ ਜਾਂਦੀ ਹੈ। ਤਾਂ ਤੁਸੀਂ ਖਬਰ ਸਿਰਫ ਮੇਰੇ ਨਾਲ ਨਹੀਂ ਭਾਜੀ, ਕਿਸੇ ਨਾਲ ਵੀ ਕੋਈ ਗੱਲ ਇਹੋ ਜਿਹੀ ਹੋਵੇ, ਤੁਸੀਂ ਪਹਿਲਾ ਕੰਮ ਆ ਤੁਹਾਡਾ ਐਜ਼ ਅ ਡਿਊਟੀ, ਤੁਸੀਂ ਫੋਨ ਚੱਕ ਕੇ ਉਹਨਾਂ ਨਾਲ ਗੱਲ ਕਰੋ। ਬ੍ਰਦਰ ਖਬਰ ਆਈ ਹੈ, ਇਟਸ ਨਾਟ ਟਰੂ, ਇਜ਼ ਇਟ? ਜਰਨਲਿਜ਼ਮ ਦਾ ਪਹਿਲਾ ਐਥਿਕਸ ਹੈ। ਹਾਂ। ਤੇ ਇੱਕ ਫਰੈਂਡਸ਼ਿਪ ਦਾ ਐਥਿਕ ਇਹ ਹੋਣਾ ਚਾਹੀਦਾ, ਨਾਟ ਇਹਨੂੰ ਅਸੀਂ ਆਪਣੀ WhatsApp ਗਰੁੱਪ 'ਚ ਪਾ ਕੇ
ਤੇ ਇਹਨੂੰ ਵਾਇਰਲ ਕਰੀਏ, ਉਹਨੂੰ ਐਲਗੋਰਿਦਮ ਦਈਏ ਤੇ ਉਹ ਰੈਂਕਿੰਗ ਹੋਵੇ। ਬਟ ਭਾਜੀ ਦੇਖੋ, ਰੱਬ ਨਾ ਮਾਰੇ, ਬੰਦਾ ਨਹੀਂ ਮਾਰ ਸਕਦਾ। ਇਹ ਬੜੀ ਮਤਲਬ ਸੀਰੀਅਸ ਚੀਜ਼ ਹੈ। ਤੁਸੀਂ ਕਹਿ ਰਹੇ ਹੋ ਕਿ ਇੱਕ ਆਰਗੇਨਾਈਜ਼ਡ ਢੰਗ ਦੇ ਨਾਲ ਤੁਹਾਨੂੰ ਡਿਫੇਮ ਕੀਤਾ ਜਾ ਰਿਹਾ। ਭਾਜੀ ਦੇਖੋ, ਉਹ ਤਾਂ ਉਹਨਾਂ ਦੀ ਉਹਨਾਂ ਜੋ ਲੈਂਸ 'ਚ ਉਹ ਦੇਖਦੇ ਆ, ਉਹ ਤਾਂ ਉਹੀ ਆਨਸਰ ਦੇ ਸਕਦੇ ਆ। ਸਾਡੀ ਲੈਂਸ 'ਚੋਂ ਇਹ ਹੈ ਤਾਂ ਠੀਕ ਹੈ, ਇਫ ਦੇ ਵਾਂਟ ਟੂ ਡੂ ਦਿਸ, ਬਟ ਭਾਜੀ ਕਰਦੇ ਤੁਹਾਡੇ ਆਪਣੇ ਹੀ ਨੇ, ਜਿਨ੍ਹਾਂ ਨੇ ਤੁਹਾਡੇ ਨਾਲ ਬੈਠੇ ਨੇ, ਖਾਧਾ ਪੀਤਾ, ਕਰਦੇ ਉਹੀ ਨੇ। ਹੁਣ ਮੈਨੂੰ ਕਈ ਲੋਕਾਂ ਨੇ ਉਹੀ ਮੈਸੇਜ ਦਿਖਾਏ ਜਿਨ੍ਹਾਂ ਦੀ ਤੁਸੀਂ ਜ਼ਿਕਰ ਕਰਦੇ ਨੇ। ਜਿਹੜਾ ਬੰਦਿਆਂ ਤੋਂ ਮੈਸੇਜ ਆਇਆ, ਮੈਂ ਦੇਖ ਕੇ ਹੈਰਾਨ ਹੈ, ਮੈਂ ਉਹ ਦੇਖ ਕੇ ਹੈਰਾਨ ਹੈ ਤਾਂ ਇਹ ਬੰਦੇ ਨੇ ਮੈਸੇਜ ਗਰੁੱਪ 'ਚ ਪਾਇਆ। ਬਟ ਆਈ ਸਟਿਲ ਵਿਸ਼ ਹਿਮ ਆਲ ਦ ਬੈਸਟ। ਆਲ ਦ ਬੈਸਟ ਤੋਂ ਇਲਾਵਾ ਕੋਈ ਲੀਗਲ ਐਕਸ਼ਨ ਵੀ ਲਓਗੇ? ਨਹੀਂ ਭਾਜੀ, ਲੀਗਲ ਐਕਸ਼ਨ ਆਪਾਂ ਕੀ ਲੈਣਾ, ਆਪਾਂ ਇਸ ਚੀਜ਼ ਨੂੰ ਏਅਰ ਦੇਣੀ ਨਹੀਂ ਗੀ। ਸੋਸ਼ਲ ਵਰਕ ਤੋਂ ਇਲਾਵਾ ਸਿਆਸੀ ਹਲਕਿਆਂ ਦੇ ਵਿੱਚ ਵੀ ਪੀਟਰ ਵਿਰਦੀ ਦਾ ਨਾਮ ਕਈ ਵਾਰੀ ਗੋਲ-ਗੋਲ ਘੁੰਮਦਾ ਰਹਿੰਦਾ। ਕਿਹਾ ਜਾਂਦਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਖਾਸ ਦੋਸਤ ਸੀਗੇ ਪੀਟਰ ਵਿਰਦੀ। ਅੱਜ ਕੱਲ੍ਹ ਸਿਆਸੀ ਹਲਕਿਆਂ 'ਚ ਕਿਤੇ ਥੋੜੇ ਜਿਹੇ ਨਦਾਰਦ ਹੋ ਗਏ, ਐਬਸੈਂਟ ਹੋ ਗਏ। ਭਾਜੀ ਦੇਖੋ, ਸਿਗੇ ਨਹੀਂ ਹੈ। ਕੈਪਟਨ ਸਾਹਿਬ ਇਜ਼ ਵੈਰੀ ਡੀਅਰ ਟੂ ਮੀ, ਇਜ਼ ਅ ਵੈਰੀ ਡੀਅਰ ਫਰੈਂਡ। ਅੱਜ ਦੇ ਨਹੀਂ, ਬਹੁਤ ਪੁਰਾਣੇ ਨੇ। ਆਈ ਐਮ ਨਾਟ ਐਫੀਲੀਏਟਿਡ ਵਿਦ ਐਨੀ ਪਾਰਟੀ। ਸੁਖਬੀਰ ਜੀ, ਮਜੀਠੀਆ ਜੀ, ਕੈਪਟਨ ਸਾਹਿਬ, ਬੀਜੇਪੀ ਹੋਏ, ਮੈਂ ਕਿਸੇ ਪਾਰਟੀ ਨਾਲ ਐਫੀਲੀਏਟ ਨਹੀਂ। ਆਈ ਐਮ ਓਨਲੀ ਐਫੀਲੀਏਟਿਡ ਵਿਦ ਪੰਜਾਬ। ਦੇਖੋ, ਇਹਨਾਂ ਨਾਲ ਮੇਰੀ ਯਾਰੀ ਦੋਸਤੀ ਹੈ। ਯਾਰੀ ਦੋਸਤੀ ਇੱਕ ਸੈਪਰੇਟ ਹੈ, ਉਹ ਉਹਨਾਂ ਦਾ ਪ੍ਰੋਫੈਸ਼ਨ ਹੈ, ਐਂਡ ਆਈ ਰਿਸਪੈਕਟ ਦੈਟ। ਆਈ ਟਰਾਈ ਨਾਟ ਟੂ ਗੈਟ, ਮੈਂ ਇਨਵੋਲਵ ਨਹੀਂ ਹੁੰਦਾ ਪੋਲਿਟਿਕਸ ਦੇ ਵਿੱਚ, ਤੇ ਨਾ ਮੈਂ ਕਦੀ ਰੈਲੀ 'ਚ ਆਇਆ। ਬਟ ਉਹ ਮੇਰੇ ਦੋਸਤ ਨੇ। ਸੁਖਬੀਰ ਜੀ ਵੀ ਅੱਛੇ ਨੇ, ਮੈਂ ਬਹੁਤ ਰਿਗਾਰਡ ਹੈ। ਮਜੀਠੀਆ ਜੀ ਦਾ ਵੀ ਮੇਰੇ ਤੋਂ ਰਿਗਾਰਡ ਹੈ, ਬੀਜੇਪੀ ਦਾ ਵੀ ਹੈ। ਮੈਨੂੰ ਤਾਂ ਇਹੀ ਹੈ, ਜੋ ਪੰਜਾਬ ਦੇ ਲਈ ਖੁਸ਼ਹਾਲੀ ਲਏਗਾ ਉਸ ਪਾਰਟੀ ਦੇ ਨਾਲ। ਸਾਰਿਆਂ ਦੇ ਸਾਂਝੇ ਨੇ ਮਤਲਬ ਪੀਟਰ ਵਿਰਦੀ। ਬਿਲਕੁਲ ਭਾਜੀ ਦੇਖੋ, ਐਜ਼ ਅ ਸੋਸ਼ਲ ਵਰਕਰ ਅਸੀਂ ਨਹੀਂ, ਮੈਂ ਕਹਿ ਸਕਦਾ ਮੈਂ ਇਸ ਪਾਰਟੀ ਦੇ ਨਾਲ ਹਾਂ। ਮੇਰੇ ਦੋਸਤ ਨੇ, ਦੇ ਆਰ ਵੈਰੀ ਕਲੋਜ਼ ਵਿਦ ਮੀ। ਮੈਂ ਉਹਨਾਂ ਦੇ ਘਰ ਰਹਿਣਾ, ਬਟ ਦੈਟ ਡਜ਼ਨਟ ਮੀਨ ਮੈਂ ਉਹਨਾਂ ਦੀ ਪਾਰਟੀ ਦਾ ਹੋ ਗਿਆ। ਆਈ ਐਮ देयर ਫਰੈਂਡ ਨਾ, ਆਈ ਡੋਂਟ ਗੋ ਔਨ ਰੈਲੀਜ਼, ਬਟ ਆਈ ਐਮ ਅਕ੍ਰੋਸ ਦ ਬੋਰਡ। ਮਾਈ ਲਵ ਇਜ਼ ਫॉर ਪੰਜਾਬ। ਯੂਕੇ ਦੇ ਵਿੱਚ ਜਿਸ ਸਮੇਂ ਸਟੂਡੈਂਟਸ ਬਹੁਤ ਜਾ ਰਹੇ ਨੇ, ਹੁਣ ਆਫਟਰ ਕੋਵਿਡ ਅਸੀਂ ਦੇਖ ਰਹੇ ਹਾਂ, ਪੋਸਟ ਕੋਵਿਡ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਜਿਹੜੇ ਨੇ ਉਹ ਯੂਕੇ ਵੱਲ ਨੂੰ ਵੀ ਮੂਵ ਕਰ ਰਹੇ। ਪੰਜਾਬ ਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਪੰਜਾਬ ਦਾ ਬ੍ਰੇਨ ਡਰੇਨ ਹੋ ਰਿਹਾ। ਯੂਕੇ ਦੇ ਵਿੱਚ ਜਦੋਂ ਚਲੇ ਜਾਂਦੇ ਆ ਤੇ ਸਟੂਡੈਂਟਸ ਦਾ, ਪੰਜਾਬ ਦੇ ਜਵਾਨ ਮੁੰਡੇ ਕੁੜੀਆਂ ਦਾ ਸ਼ੋਸ਼ਣ ਬਹੁਤ ਹੁੰਦਾ। ਕੋਈ ਉਹਨਾਂ ਨੂੰ ਉੱਥੇ ਫੌਜੀ ਕਹਿੰਦਾ, ਕੋਈ ਕਾਮੇ ਕਹਿੰਦਾ, ਇਸ ਤਰ੍ਹਾਂ ਦੇ ਸ਼ਬਦ ਉਹਨਾਂ ਦੇ ਲਈ ਇਸਤੇਮਾਲ ਹੁੰਦੇ। ਤੁਸੀਂ ਉੱਥੇ ਦੇ ਇੰਨੇ ਵੱਡੇ ਬਿਜ਼ਨਸਮੈਨ ਹੋ ਗਏ, ਉੱਥੇ ਓਪਰਚੁਨਿਟੀ ਹੈ ਜਾਂ ਵਾਕਿਆ ਹੀ ਵਿਦੇਸ਼ ਜਾਣ ਦੀ ਚਾਹ ਦੇ ਵਿੱਚ ਯੂਥ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ? ਇਫ ਯੂ ਬ੍ਰੇਕ ਇਟ ਡਾਊਨ, ਬ੍ਰੇਨ ਡਰੇਨ ਭਾਜੀ, ਬ੍ਰੇਨ ਹੋਏਗਾ ਤੇ ਅਗਲੇ ਲੈਣਗੇ। ਹੁਣ ਜੇ ਤੁਸੀਂ 20 25 ਲੱਖ ਜਾ ਕੇ ਉੱਥੇ ਟਰਾਲਾ ਹੀ ਚਲਾਉਣਾ, ਦੈਨ ਦ ਗਵਰਨਮੈਂਟ ਹੇਅਰ ਸ਼ੁੱਡ ਡੂ ਸਮਥਿੰਗ। ਦੇਖੋ, ਜੇ ਇੱਥੇ ਕਿਸੇ ਨੂੰ ਨੌਕਰੀ ਮਿਲਦੀ ਹੈ, ਉਹਨੇ ਜ਼ਰੂਰੀ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ। ਬਟ ਉੱਥੇ ਇੰਨਾ ਈਜ਼ੀ ਨਿਗਾ ਤਾਂ ਅਸੀਂ ਇੱਥੋਂ ਪੈਸਾ ਦੇ ਕੇ, ਭਾਜੀ ਮੈਂ ਇਹੋ ਜਿਹੇ ਲੋਕ ਦੇਖੇ ਨੇ, ਮੁੰਡੇ ਕੁੜੀਆਂ 20 25 ਲੱਖ ਰੁਪਈਆ ਦੇ ਕੇ ਉੱਥੇ ਗਏ ਨੇ ਤੇ ਦਿਹਾੜੀਆਂ ਲਾ ਰਹੇ ਨੇ, ਤੇ ਦੇਖ ਕੇ ਰੋਣ ਆਉਂਦਾ ਉਹਨਾਂ ਵੱਲ, ਯਾਰ ਕੀ ਕਰ ਰਹੇ ਤੁਸੀਂ। ਬਟ ਅਗਲੇ ਕੀ ਕਰਨ, ਹੁਣ ਫਸ ਗਏ ਨੇ, ਦੇ ਆਰ ਸਟਕ। ਪੈਸੇ ਵੀ ਲਾਏ ਆ, ਜ਼ਮੀਨ ਵੇਚੀ ਆ, ਜੇ ਪੈਸਾ ਵਿਆਜੀ ਚੱਕਿਆ, ਇੰਗਲੈਂਡ, ਕੈਨੇਡਾ, ਅਮਰੀਕਾ ਚਲ ਗਏ ਨੇ। ਜੇ ਤੁਸੀਂ ਜੈਨੂਇਨਲੀ ਸਟੱਡੀ ਬੇਸ ਤੇ ਜਾ ਰਹੇ ਆ, ਦੈਨ ਇਟਸ ਵੈਰੀ ਇੰਪੋਰਟੈਂਟ ਤੁਸੀਂ ਜ਼ਰੂਰ ਜਾਓ, ਬਿਕਾਜ਼ ਉਹਦੇ ਵਰਗੀ ਕੋਈ ਰੀਸ ਨਹੀਂ ਬੀਇੰਗ ਐਜੂਕੇਟਡ ਅਬਰੋਡ। ਬਟ ਜੇ ਤੁਸੀਂ ਇਕਨੋਮਿਕਲ ਬੈਨੀਫਿਟ ਵਾਸਤੇ ਜਾ ਰਹੇ ਹੋ, ਉਹ ਬਹੁਤ ਸਟਰਗਲ ਹਾਰਡ ਹੋ ਜਾਂਦੀ ਹੈ, ਬਿਕਾਜ਼ ਤੁਸੀਂ ਇਲੀਗਲ ਬੇਸ ਤੇ ਨਾ ਜਾਓ, ਲੀਗਲ ਤੇ ਜਾਓ। ਕਿਉਂਕਿ ਲੀਗਲ ਬੇਸ ਤੇ ਭਾਈ ਤੁਸੀਂ ਕੱਚੇ ਬੇਸ ਤੇ ਉੱਥੇ, ਜਿੱਦਾਂ ਤੁਸੀਂ ਕਹਿ ਰਹੇ ਆ, ਉੱਥੇ ਫਰੈਸ਼ੀ, ਫੌਜੀ, ਫਲਾਨਾ, ਢੀਂਕ, ਕੋਬਰੇ, ਇਹ ਨਾ ਅਸੀਂ ਆਪ ਹੀ ਉਹਨਾਂ ਨੂੰ ਨਾ ਪਾਉਂਦੇ ਆ। ਸਾਡੀ ਆਪਣੀ ਕਮਿਊਨਿਟੀ, ਮਤਲਬ ਜਿਹੜੇ ਸ਼ੋਸ਼ਣ ਕਰਨ ਵਾਲਿਆਂ ਦੇ ਵਿੱਚ ਕਿਹਾ ਜਾਂਦਾ ਕਿ ਯੂਕੇ ਜਾਂ ਹੋਰ ਕਈ ਦੇਸ਼ਾਂ ਦੇ ਵਿੱਚ ਜਿਹੜੇ ਪੰਜਾਬੀ ਸਟੂਡੈਂਟਸ ਦਾ ਸ਼ੋਸ਼ਣ ਕਰਦੇ, ਉਹ ਖੁਦ ਪੰਜਾਬੀ ਨੇ। ਬਿਲਕੁਲ ਬਿਲਕੁਲ। ਇਹ ਕਿਉਂ ਮਾਈਂਡਸੈਟ ਇਦਾਂ ਦਾ ਉੱਥੇ? ਭਾਜੀ ਪਤਾ ਨਹੀਂ ਕੀ ਸਾਡੇ ਪੰਜਾਬੀਆਂ ਨੂੰ ਇਹ ਗੱਲ ਹੈ ਦੈਟ ਇਹ ਹੁਣ ਆਇਆ ਨਵਾਂ ਤੇ ਇਹਨੂੰ ਬਸ ਦਬਾ ਕੇ ਰੱਖਣਾ। ਤੁਸੀਂ ਸਕੋ ਉਹਨੂੰ ਸੈਲੀਬ੍ਰੇਟ ਕਰੋ, ਉਹਨੂੰ ਚੱਕੋ, ਦੈਟ ਆਓ ਲੈਟ ਮੀ ਡੂ ਸਮਥਿੰਗ ਫॉर ਯੂ। ਉਹਨੂੰ ਦਬਾ ਕੇ ਰੱਖਣਾ। ਜੇ ਰੇਟ 12 ਪਾਉਂਡ ਘੰਟੇ ਦਾ, ਉਹਨਾਂ ਨੇ 7 ਦੇਣਾ ਉਹਨੂੰ। ਉਹ ਯਾਰ ਤੁਸੀਂ 13 ਦਿਓ। ਬਿਲਕੁਲ। ਤੁਸੀਂ ਅੰਗਰੇਜ਼ ਨੂੰ ਵੀ 13 ਦੇਣੇ ਆ ਜਾਂ 12 ਦੇਣੇ ਆ, ਤੇ ਫਿਰ ਕੀ ਹੋਇਆ ਜੇ ਤੁਸੀਂ ਆਪਣੇ ਮੁੰਡੇ ਨੂੰ 1 ਪਾਉਂਡ ਵੱਧ ਦੇਤਾ ਘੰਟੇ ਦਾ, ਜਾਂ 2 ਪਾਉਂਡ ਵੱਧ ਦੇਤੇ। ਭਾਜੀ ਇੱਥੋਂ ਕੋਈ ਬੱਚਾ ਜਾਂਦਾ ਜਾਂ ਕੋਈ ਬੰਦਾ ਜਾਂਦਾ, ਉਹ ਐਟਲੀਸਟ 2-3 ਪਰਿਵਾਰਾਂ ਨੂੰ ਪਿੱਛੇ ਖਾਣਾ ਪ੍ਰੋਵਾਈਡ ਕਰਦਾ। ਬਿਲਕੁਲ ਬਿਲਕੁਲ। ਸੋ ਜੇ ਅਸੀਂ ਉਹਦੇ ਵਿੱਚ ਕੰਟਰੀਬਿਊਸ਼ਨ ਕਰਦੀ ਹੈ, ਉੱਥੇ ਓਪਰਚੁਨਿਟੀਜ਼ ਹੈਗੀਆਂ ਯੂਥ ਦੀਆਂ, ਕਿਉਂਕਿ ਹੁਣ ਜਿਹੜਾ ਅੱਗੇ ਸੈਸ਼ਨ ਆਉਣਾ ਜਨਵਰੀ ਤੇ ਮਾਰਚ ਤੋਂ ਬਾਅਦ,
ਉਦੋਂ ਫਿਰ ਬਹੁਤ ਸਾਰੇ ਸਟੂਡੈਂਟਸ ਜਿਹੜੇ ਬੈਗ ਪੈਕ ਕਰਦੇ ਹੀ ਹੋਣੇ ਹਜੇ ਵੀ, ਕਿਆ ਓਪਰਚੁਨਿਟੀਜ਼ ਹੈਗੀਆਂ ਨੇ ਉੱਥੇ, ਜੌਬ ਓਪਰਚੁਨਿਟੀਜ਼ ਹੈਗੀਆਂ ਨੇ? ਭਾਜੀ ਜੈਨੂਇਨ ਸਟੂਡੈਂਟ ਲਈ 100% ਜੌਬਸ ਨੇ, ਜਿਹੜੇ ਜੈਨੂਇਨ ਸਟੂਡੈਂਟ ਨੇ, ਜਿਹੜੇ ਜੈਨੂਇਨ ਪੇਪਰਾਂ ਤੇ ਗਏ ਨੇ, ਅਨਲਿਮਿਟਿਡ ਜੌਬਸ ਨੇ ਜਿਹੜੇ ਜੈਨੂਇਨ। ਪ੍ਰੋਬਲਮ ਆਉਂਦੀ ਜਿਹੜੇ ਭਾਜੀ ਕੱਚੇ ਗਏ ਨੇ, ਉਹਨਾਂ ਨੂੰ ਉਹ ਅਬਿਊਜ਼ ਹੁੰਦੇ ਨੇ, ਉਹ ਯੂਜ਼ ਨਹੀਂ ਹੁੰਦੇ, ਅਬਿਊਜ਼ ਹੁੰਦੇ ਨੇ, ਕਿਉਂਕਿ ਉੱਥੇ ਲੋਕਾਂ ਨੂੰ ਪਤਾ ਹੁੰਦਾ ਵੀ ਇਹ ਕਾਗਜ਼ਾਂ 'ਚ ਕੱਚਾ ਹੈ, ਕਾਗਜ਼ਾਂ 'ਚ ਕੱਚਾ, ਇਹਨੂੰ ਅਬਿਊਜ਼ ਕਰਨਾ ਭਾਜੀ, ਅਬਿਊਜ਼ ਤੇ ਯੂਜ਼ 'ਚ ਬਹੁਤ ਫਰਕ ਹੈ ਬਿਲਕੁਲ। ਹਾਂ, ਉਹਨੂੰ ਅਬਿਊਜ਼ ਕਰਦੇ ਨੇ। ਮੈਂ ਇਹੀ ਬੇਨਤੀ ਕਰੂੰਗਾ, ਪੱਕੇ ਪੈਰੀਂ ਜਾਓ, ਆਪਣਾ ਨੈਸ਼ਨਲ ਇੰਸ਼ੋਰੈਂਸ ਨੰਬਰ ਲਾਓ ਉੱਥੇ, ਤੇ ਜੋ ਉੱਥੇ ਦੇ ਕਾਨੂੰਨ ਆ, ਜੋ ਉੱਥੇ ਦੇ ਸਹੂਲਤਾਂ ਜੋ ਆਮ ਨਾਗਰਿਕ ਨੂੰ ਮਿਲਦੀਆਂ ਤੁਹਾਨੂੰ ਵੀ ਮਿਲਣਗੀਆਂ, ਐਂਡ ਉਸ ਬੇਸ ਦੇ ਉੱਤੇ ਤੁਸੀਂ ਜੌਬ ਕਰੋ। ਜੌਬਸ ਇਜ਼ ਅਨਲਿਮਿਟਿਡ, ਘਾਟਾ ਜੌਬਾਂ ਦਾ ਹੈ ਨਹੀਂਗਾ ਉੱਥੇ। ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ ਯੂਥ ਦੇ ਨਾਲ ਜੁੜਿਆ ਹੋਇਆ, ਤੁਸੀਂ ਵੀ ਕਈ ਵਾਰੀ ਇਸ ਮੁੱਦੇ ਤੇ ਗੱਲ ਕਰ ਚੁੱਕੇ ਹੋ, NRI ਮੈਰਿਜਸ ਦੇ ਜ਼ਰੀਏ ਹੁੰਦੇ ਫਰਾਡਸ, ਹਾਂਜੀ ਹਨਾ, ਉੱਥੇ ਜਾ ਕੇ ਮੁੰਡੇ ਕੁੜੀਆਂ ਜਾਂ ਉੱਥੋਂ ਆ ਕੇ ਇੰਡੀਆ ਦੇ ਵਿੱਚ ਖਾਸ ਤੌਰ ਤੇ ਵਿਆਹ ਕਰਦੇ ਨੇ, ਉਹਦੇ 'ਚ ਵੀ ਬੜਾ ਫਰਾਡ ਹੋ ਰਿਹਾ। ਤੁਸੀਂ ਖੁਦ ਇਸ ਮੁੱਦੇ ਤੇ ਇੱਕ ਵਾਰੀ ਚਿੰਤਾ ਜ਼ਾਹਿਰ ਕੀਤੀ ਸੀਗੀ, ਇਹ ਐਗਜ਼ੈਕਟਲੀ ਸਾਰੀ ਕਹਾਣੀ ਕੀ ਹੈਗੀ ਹੈ? ਜਦੋਂ ਤੁਹਾਡਾ ਮਾਈਂਡ ਸੈਟ ਹੀ ਗਲਤ ਹੈ ਫਰਮ ਡੇ 1, ਤੁਸੀਂ ਲੈਟਸ ਟੇਕ ਇੰਗਲੈਂਡ ਦਾ ਜਨਮ ਪਾਲਾ, ਪੀਟਰ ਵਿਰਦੀ ਲੈ ਲਓ ਤੁਸੀਂ। ਪੀਟਰ ਵਿਰਦੀ ਆਇਆ ਜੀ ਇੰਡੀਆ 'ਚ, ਉਹਦਾ ਇੰਗਲੈਂਡ 'ਚ ਵਿਆਹ ਨਹੀਂ ਹੁੰਦਾ ਤੇ ਉਹ ਇੰਡੀਆ ਆਇਆ, ਤੇ ਪਹਿਲਾ ਤਾਂ ਕੁਐਸਚਨ ਹੈ ਤੇਰਾ, ਤੂੰ ਇੰਗਲੈਂਡ ਕਿਉਂ ਨਹੀਂ ਵਿਆਹ ਕਰਾ ਰਿਹਾ? ਬਿਲਕੁਲ ਠੀਕ ਹੈ, ਫਰਸਟ ਕੁਐਸਚਨ ਇਜ਼ ਦਿਸ। ਫਿਰ ਦੂਜਾ ਕੁਐਸਚਨ ਹੈ ਤੂੰ ਵਾਈਫ ਲੱਭ ਰਿਹਾ ਜਾਂ ਸਲੇਵ ਲੱਭ ਲਿਆ? ਬਿਲਕੁਲ। ਫਿਰ ਉਹ ਕੰਡੀਸ਼ਨਾਂ ਇਹ ਲਾ ਦਿੰਦੇ ਆ, ਤੂੰ ਮੇਰੀ ਮਮ ਡੈਡ ਦੀ ਲੁੱਕ ਆਫਟਰ ਕਰਨੀ ਹੈ, ਤੂੰ ਘਰ ਰੋਟੀ ਬਣਾਉਣੀ ਹੈ, ਤੂੰ ਘਰ ਦੀ ਦੇਖਭਾਲ ਕਰਨੀ ਹੈ, ਤੂੰ ਇਹ ਕਰਨਾ, ਤੂੰ ਉਹ ਕਰਨਾ। ਯਾਰ ਇਹ ਇੰਨੀਆਂ ਕੰਡੀਸ਼ਨਾਂ, ਪਹਿਲਾਂ ਬੰਦਾ ਕਹਿੰਦਾ ਯਾਰ ਤੂੰ ਨੌਕਰ ਲੱਭ ਰਿਹਾ ਜਾਂ ਤੂੰ ਵਾਈਫ ਲੱਭ ਰਿਹਾ? ਬਿਲਕੁਲ, ਪਹਿਲਾਂ ਤਾਂ ਇਹ ਕੰਡੀਸ਼ਨਾਂ ਹੁੰਦੀਆਂ। ਸੋ ਉਸ ਮੈਰਿਜ, ਉਹ ਅਬਿਊਸਿਵ ਮੈਰਿਜ ਹੋ ਜਾਂਦੀ ਹੈ, ਉਸ ਬੱਚੀ ਨੂੰ ਅਬਿਊਸ ਹੋ ਜਾਂਦਾ, ਜਾਂ ਬੱਚੇ ਨੂੰ ਆਪੋਜ਼ਿਟ ਵੀ ਹੋ ਜਾਂਦਾ। ਫੀਮੇਲਸ ਵੀ ਆ ਕੇ ਮੇਲਸ ਨੂੰ ਘਰ ਜਵਾਈ ਬਣਾ ਕੇ ਤੇ ਅਬਿਊਸ ਕਰਦੀ, ਇਹੀ ਕੁੱਤੇ ਖਾਣੀ ਹੁੰਦੀ ਹੈ, ਉਹ ਵਾਈਸ ਵਰਸਾ। ਇਹ ਮਾਈਂਡ ਸੈਟ ਗਲਤ ਹੈ। ਇਹ ਤੁਹਾਡਾ ਜਦੋਂ ਮਾਈਂਡ ਸੈਟ, ਉਹਦੇ ਵਿੱਚ ਕੋਈ ਬਰਕਤ ਨਹੀਂ ਹੁੰਦੀ। ਦੂਸਰਾ ਜਿਹੜਾ ਵਾ ਪੁਆਇੰਟ ਭਾਜੀ, ਜਿਹੜਾ ਡਿਲਿਬਰੇਟਲੀ ਵਿਆਹ ਕਰਕੇ, ਇੱਥੇ ਤਾਂ ਇੰਨਾ ਕੰਮ ਖਰਾਬ ਹੋ ਗਿਆ, ਭੈਣਾਂ ਭਰਾਵਾਂ ਦਾ ਵਿਆਹ ਕਰਕੇ ਲਈ ਜਾਂਦੀਆਂ ਉੱਥੇ, ਜਾਂ ਭਰਾ ਭੈਣਾਂ ਨੂੰ ਜੀ ਉਹਨਾਂ ਨੂੰ ਲੈ ਕੇ ਜਾਣਾ। ਇਹ ਕੀ ਮਾਈਂਡ ਸੈਟ ਹੋ ਗਿਆ ਸਾਡੇ, ਮੈਨੂੰ ਪੰਜਾਬੀਆਂ ਦਾ ਮੈਨੂੰ ਅੰਡਰਸਟੈਂਡ ਨਹੀਂ ਹੁੰਦੀ। ਤੇ ਕਿੰਨੀ ਉੱਥੇ ਕੀ ਗੱਲ ਹੈ, ਤਾਂ ਤੁਸੀਂ ਪੇਪਰ ਮੈਰਿਜ ਕਰਾ ਕੇ, ਕੋਈ ਨਹੀਂ ਪੇਪਰ ਮੈਰਿਜ ਆ, ਜਸਟ ਦ ਥੋਟ ਆਫ ਦਿਸ ਇਜ਼ ਰੋਂਗ। ਇੱਕ ਤਾਂ ਹੋ ਗਿਆ। ਦੂਸਰਾ ਜੀ ਮੈਂ ਪੱਕੀ ਆ ਜਾਂ ਮੈਂ ਪੱਕਾ, 25-30 ਲੱਖ ਦੇ ਤੈਨੂੰ ਮੈਂ ਲੈ ਜਾਂਦੀ ਉੱਥੇ, ਪੈਸੇ ਪਹਿਲਾਂ ਐਡਵਾਂਸ ਫੜ ਲੈਂਦੇ ਆ 3-4 ਪਾਰਟੀਆਂ ਤੋਂ, ਤੇ ਬਾਕੀ ਫਿਰ ਇਹ ਸਵਾਲ ਮੈਂ ਪੀਟਰ ਵਿਰਦੀ ਨੂੰ ਇਸ ਲਈ ਪੁੱਛਿਆ ਸੀ ਕਿਉਂਕਿ ਬਹੁਤ ਸਾਰੇ ਯੂਥ ਤੇ ਅਸਰ ਕਰੂਗਾ ਕਿ ਯੂਕੇ ਦਾ ਇੰਨਾ ਵੱਡਾ ਬਿਜ਼ਨਸਮੈਨ ਜਿਹੜਾ ਜ਼ਮੀਨ ਤੱਕ ਜੁੜ ਕੇ ਦੇਖ ਰਿਹਾ, ਉਹਦੀ ਗੱਲ 'ਚ ਕੀ ਸੱਚਾਈ ਹੋ ਸਕਦੀ ਹੈ। ਕਿਉਂਕਿ ਜਦੋਂ ਆਮ ਕਿਸੇ ਪੋਲੀਟੀਸ਼ੀਅਨ ਤੋਂ ਜਾਂ ਕਿਸੇ ਏਜੰਟ ਤੋਂ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਤੇ ਉਸ ਤੇ ਯਕੀਨ ਨਹੀਂ ਕਰਦੇ। ਭਾਜੀ ਦੇਖੋ, ਇਹ ਤਾਂ ਫਿਲਮਾਂ 'ਚ ਵੀ ਸ਼ੋਅ ਕੀਤਾ ਗਿਆ, ਮੈਂ ਤਾਂ ਫੈਕਚੁਅਲ ਬਾਤ ਕਰ ਰਿਹਾ, ਮੈਂ ਜਿਹੜੀ ਗੱਲ ਕਰ ਰਿਹਾ ਐਬਸੋਲੂਟ ਫੈਕਚੁਅਲ ਹੈ। ਮੈਂ ਕੇਸ ਦੇਖੇ ਹੋਏ ਨੇ, ਅਬਿਊਸ, ਮੈਰਿਜਸ, ਪੇਪਰ ਮੈਰਿਜਸ, ਜਿੱਥੇ ਲੋਕਾਂ ਦਾ ਪੈਸਾ ਲੈ ਕੇ, ਹੁਣ ਪਿੱਛੇ ਜਿਹਾ ਮੁੰਡਾ ਸੀਗਾ ਉਹਨੇ ਖੁਦਕੁਸ਼ੀ ਕਰ ਲਈ, ਕੁੜੀ ਕੈਨੇਡਾ ਸੀ, ਹੁਣ ਮੁੰਡਾ, ਇਦਾਂ ਦੇ ਕਈ ਕੇਸ ਹੈ। ਹੁਣ ਉਹਦਾ ਇਨਸ ਐਂਡ ਆਊਟ ਮੈਨੂੰ ਨਹੀਂ ਪਤਾ, ਮੈਂ ਉਹਦਾ ਰੈਫਰੈਂਸ ਦੇ ਰਿਹਾ, ਬਟ ਇਦਾਂ ਦੇ ਕਈ ਕੇਸ ਨੇ ਜਿੱਥੇ ਇਟਸ ਬਿਕਮ ਅ ਕੰਸੋਰਟੀਅਮ ਕਾਈਂਡ ਆਫ ਥਿੰਗ ਦੈਟ ਪਰਿਵਾਰ ਹੀ ਜੁੜੇ ਹੋਏ ਨੇ ਇਸ ਸਕੈਮ ਦੇ ਵਿੱਚ। ਪਰ ਭਾਜੀ ਕਿਸੇ ਦੀ ਜਾਨ ਦੇ ਨਾਲ ਖੇਡਣਾ, ਕਿਸੇ ਦੀ ਫੀਲਿੰਗਸ ਦੇ ਨਾਲ ਖੇਡਣਾ, ਤੁਸੀਂ ਉਹਨੂੰ ਤਾਂ ਠੱਗ ਲਓਗੇ, ਉੱਤੇ ਤੁਸੀਂ ਰੱਬ ਨੂੰ ਜਵਾਬ ਦੇਣਾ। ਪੀਟਰ ਵਿਰਦੀ ਦੀ ਫਿਊਚਰ ਪਲੈਨਿੰਗ ਕੀ ਹੈਗੀ ਹੈ? ਕਿਉਂਕਿ ਤੁਹਾਡੇ ਜੋ ਤੁਸੀਂ ਕਰ ਰਹੇ ਹੋ ਸਮਾਜ ਸੇਵਾ, ਸੋਸ਼ਲ ਸਰਵਿਸ ਜਿੰਨੀ ਵੀ ਹੈ, ਆਪਾਂ ਉਹਦੀ ਵੀ ਗੱਲ ਕਰ ਲਈ, ਤੁਹਾਡੇ ਨਾਲ ਜੁੜੀ ਕੰਟਰੋਵਰਸੀਜ਼ ਦੀ ਵੀ ਗੱਲ ਕਰ ਲਈ। ਹੁਣ ਇਹਨਾਂ ਦੋਨਾਂ ਦੇ ਵਿੱਚੋਂ ਦੀ ਜਿਹੜਾ ਗਾਂਹ ਦਾ ਰਸਤਾ ਨਿਕਲ ਰਿਹਾ, ਉੱਥੇ ਪੀਟਰ ਵਿਰਦੀ ਕਿੱਥੇ ਜਾਣਾ ਚਾਹੁੰਦੇ ਨੇ? ਭਾਈ ਦੇਖੋ, ਹਲੇ ਤਾਂ ਸ਼ੁਰੂ ਹੋਇਆ ਕੰਮ, ਹਲੇ ਰਸਤਾ ਬਹੁਤ ਲੰਮਾ ਹੈ। ਹੁਣ ਇੰਡੀਆ ਦੇ ਲਈ ਮੈਂ ਤਾਂ ਦੇਖੋ ਇੱਕ ਵਧੀਆ ਐਜੂਕੇਸ਼ਨ ਪ੍ਰੋਗਰਾਮ ਆਉਣਾ ਚਾਹੀਦਾ, ਬ੍ਰੇਨ ਡਰੇਨ ਨਹੀਂ ਹੋਣਾ ਚਾਹੀਦਾ, ਜੌਬਸ ਇੱਥੇ ਅਵੇਲੇਬਲ ਹੋਣੀਆਂ ਚਾਹੀਦੀਆਂ। ਹੁਣ ਇਲੈਕਸ਼ਨਾਂ ਤੋਂ ਬਾਅਦ ਦੇਖਦੇ ਹਾਂ, ਥੋੜਾ ਜਿਹਾ ਐਕਟਿਵ ਮੈਂ ਆਪ ਹੋਣਾ ਚਾਹੁੰਦਾ, ਜ਼ਿਆਦਾ ਐਕਚੁਅਲੀ ਇਨਵੋਲਵਡ ਹੋਣਾ। ਪਿੱਛੋਂ ਮੈਂ ਕੀ ਹੋ ਰਿਹਾ ਸੀ, ਪਿੱਛੇ ਬਹਿ ਕੇ ਅਸੀਂ ਕੰਮ ਕਰੀਦਾ ਸੀ, ਜਾਂ ਕੋਈ ਵੀ ਫਾਊਂਡੇਸ਼ਨ ਦਾ ਕੰਮ ਕਰਨਾ, ਉੱਥੋਂ ਬਹਿ ਕੇ ਇੰਸਟਰਕਸ਼ਨ ਦੇਈਦੇ ਸੀਗੇ। ਹੁਣ ਕੀ ਕਰਾਂਗੇ, ਥੋੜਾ ਜਿਹਾ ਆਪ ਇਨਵੋਲਵ ਹੋਵਾਂਗੇ, ਗਵਰਨਮੈਂਟ ਦੇ ਨਾਲ ਇੰਟਰੈਕਸ਼ਨ ਕਰਾਂਗੇ, ਥੋੜਾ ਜਿਹਾ ਇਹੋ ਜਿਹੇ ਇਨਸੈਂਟਿਵਸ ਲਿਆਵਾਂਗੇ, ਜਿਹੜੇ ਬੱਚੇ ਜਿਹੜੇ ਨੇ ਆਪਣੇ ਯੂਥ ਹੈ ਪੰਜਾਬ ਦਾ, ਐਟਲੀਸਟ ਉਹਨਾਂ ਨੂੰ, ਜੇ ਉਹਨਾਂ ਨੇ ਬਾਹਰ ਜਾਣਾ ਵੀ ਹੈ, ਉਹਨਾਂ ਨੂੰ ਇੱਕ ਪਲੇਟਫਾਰਮ ਇਹੋ ਜਿਹਾ ਮਿਲੇ ਤੇ ਉਹ ਪੱਕੇ ਪੈਰੀ ਜਾਣ।
not illegally. ਨੋਟ ਇਲੀਗਲ ਪੋਲੀਟੀਕਲੀ ਇਨਵੋਲਵ ਹੋਵੋਗੇ ਤੁਸੀਂ? ਭਾਜੀ ਪੋਲੀਟੀਕਲੀ ਮੈਂ ਇਨਵੋਲਵ ਨਹੀਂ ਹੋਣਾ ਚਾਹੁੰਦਾ। ਆਮ ਨਾਟ ਪੋਲੀਟੀਕਲ ਪਰਸਨ ਬਿਕਾਜ਼ I'm very outspoken. I'm not diplomatically spoken, so I speak my heart. ਰਾਜਨੀਤੀ ਦੇ ਸੂਟ ਨਹੀਂ ਹੋਣਾ ਉਹ ਗੱਲ ਨਹੀਂ ਬਣਨੀ, ਬਟ ਮੈਨੂੰ ਉਹਦਾ ਨਹੀਂਗਾ ਭਾਜੀ। ਮੈਨੂੰ ਮੇਨ ਹੈ, ਦੇਖੋ my business is good. I have a great family. ਮੇਰਾ ਇਹੀ ਹੈ that I'd like to see Punjab grow. And I like to see Punjab flourish. ਤੁਸੀਂ ਕੈਂਸਰ ਨੂੰ ਲੈ ਕੇ ਵੀ ਕੋਈ ਪੰਜਾਬ ਦੇ ਵਿੱਚ ਕੰਮ ਸ਼ੁਰੂ ਕੀਤਾ ਹੈਗਾ, ਉਹਦੇ ਬਾਰੇ ਦੱਸੋ ਕੀ ਹੈ? ਕੈਂਸਰ ਪੰਜਾਬ ਦੀ ਇੱਕ ਨਾਸੂਰ ਸਮੱਸਿਆ ਤੇ ਬਣੀ ਹੋਈ ਹੈ ਭਾਜੀ। ਮੈਂ ਅੱਜ ਸਵੇਰੇ ਕਿਸੇ ਨੂੰ ਮਿਲਿਆ ਤੇ ਉਹਨਾਂ ਨੇ ਮੈਨੂੰ ਦੱਸਿਆ that ਅੱਜ ਦੀ ਡੇਟ ਦੇ ਵਿੱਚ ਲੁਕੀਮੀਆ ਇੰਨਾ ਫੈਲ ਰਿਹਾ ਨੇ ਬੱਚਿਆਂ ਦੇ ਵਿੱਚ, ਇਟਸ ਗੋਇੰਗ ਵਾਇਰਲ। ਅਸੀਂ ਕੁਲਵੰਤ ਸਿੰਘ ਧਾਰੀਵਾਲ ਨੇ ਕੈਂਸਰ ਰਿਸਰਚ ਕਰਦੇ ਨੇ, ਕੈਂਪ ਲਾਉਂਦੇ ਨੇ ਵਰਲਡ ਕੈਂਸਰ। ਅਸੀਂ ਉਹਨਾਂ ਦੇ ਨਾਲ ਹੁਣ 5 ਕੈਂਪ ਮੈਂ ਲਵਾਏ ਨੇ ਅਸੀਂ ਆਪਣੇ ਫਾਊਂਡੇਸ਼ਨ ਤੋਂ, ਵਿਰਦੀ ਫਾਊਂਡੇਸ਼ਨ ਤੋਂ। ਇੱਕ ਸਾਡਾ ਮਿੱਤਰ ਹੈ ਐਵੀ ਗਰੇਵਾਲ, ਉਹਨੇ ਇੱਕ ਲਵਾਇਆ ਤੇ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ। ਸਾਡੀ ਫਾਊਂਡੇਸ਼ਨ ਦਾ ਮੇਨ ਮੁੱਦਾ ਇਹ ਹੈ, ਜਿਹੜੀਆਂ ਅੱਛੀਆਂ NGOs ਨੇ ਕੰਮ ਕਰਦੀਆਂ ਉਹਨਾਂ ਨੂੰ ਸਪੋਰਟ ਕਰਨਾ, ਉਹਨਾਂ ਨੂੰ ਬੈਕ ਕਰਨਾ, ਉਹਨਾਂ ਨੂੰ ਜਿੰਨਾ ਸਪੋਰਟ ਦੇ ਸਕਦੇ ਉਹਨਾਂ ਨੂੰ ਸਪੋਰਟ ਦੇਣੀ ਹੈ। ਸੋ ਇਹ ਸਨ ਪੀਟਰ ਵਿਰਦੀ। ਬਹੁਤ ਸਾਰੇ ਮੁੱਦਿਆਂ ਤੇ ਉਹਨਾਂ ਨੇ ਗੱਲਬਾਤ ਕੀਤੀ ਹੈ, ਪਰ ਖਾਸ ਤੌਰ ਤੇ ਪੀਟਰ ਵਿਰਦੀ ਦੀਆਂ ਗੱਲਾਂ ਉਹਨਾਂ ਸਟੂਡੈਂਟਸ ਦੇ ਲਈ ਬਹੁਤ ਫਾਇਦੇਮੰਦ ਰਹਿ ਸਕਦੀਆਂ ਨੇ ਜਿਹੜੇ ਪਲਾਨ ਕਰ ਰਹੇ ਨੇ UK ਜਾ ਕੇ ਸਟੱਡੀ ਕਰਨ ਦੇ ਲਈ ਜਾਂ ਉੱਥੇ ਸੈਟਲ ਹੋਣ ਦੇ ਲਈ। ਉਹਨਾਂ ਨੂੰ ਇੱਕ ਵਾਰ ਜ਼ਰੂਰ ਪੀਟਰ ਵਿਰਦੀ ਦੀਆਂ ਗੱਲਾਂ ਸੁਣ ਲੈਣੀਆਂ ਚਾਹੀਦੀਆਂ ਨੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਣੇ ਰਹੋ ਦੈਨਿਕ ਸਵੇਰਾ ਦੇ ਨਾਲ। ਫਿਲਹਾਲ ਦੇ ਲਈ ਧੰਨਵਾਦ।